ਕਿਵੇਂ ਹੋ ਸਕਦਾ। ਉਸੇ ਦਿਨ ਹੀ ਗਲ ਵਿੱਚ ਪਾ ਕੇ ਕਿਰਪਾਨ ਤੇ ਚੜ੍ਹ ਪਿਆ ਘੋੜੇ ਦੇ ਉੱਪਰ। ਕੁਝ ਨਾਲ ਆਪਣੇ ਸਿਪਾਹੀ ਲੈ ਲੈ ਵੀ ਚਲੋ ਮੇਰੇ ਨਾਲ, ਮੈਂ ਸ਼ਿਕਾਰ ਕਰਨ ਚੱਲਣਾ ਹੈ। ਕਿਮ ਰਹਿ ਸਕੈ ਕਾਲ ਜੋ ਪ੍ਰੇਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਦੋਂ ਮੌਤ ਪ੍ਰੇਰ ਲਵੇ ਨਾ ਕਿਸੇ ਨੂੰ ਵੀ ਆ ਜਾ ਮੈਂ ਤੈਨੂੰ ਲੈ ਕੇ ਜਾਣਾ ਹੈ, ਤੇ ਫਿਰ ਬੰਦਾ ਰਹਿ ਨਹੀਂ ਸਕਦਾ ਹੈ। ਕਈ ਵਾਰੀ ਆਪਾਂ ਇਹ ਗੱਲ ਕਰਦੇ ਹਾਂ ਵੀ ਜੇ ਆਪਾਂ ਆਹ ਕੰਮ ਨਾ ਕਰਦੇ, ਇਸ ਪਾਸੇ ਨੂੰ ਨਾ ਜਾਂਦੇ, ਤੇ ਆਹ ਗਲਤੀ ਨਾ ਹੁੰਦੀ, ਤੇ ਇਸ ਤਰ੍ਹਾਂ ਬੰਦਾ ਨਾ ਮਰਦਾ। ਦਈ ਦੀਆਂ ਨਾ ਦਲੀਲਾਂ ਕਈ ਤਰ੍ਹਾਂ ਦੀਆਂ, ਪਰ ਜਾਵੇ ਕਿਵੇਂ ਨਾ, ਮੌਤ ਖਿੱਚ ਕੇ ਲੈ ਜਾਂਦੀ ਹੈ ਵੀ ਆ ਜਾ ਤੇਰਾ ਸਮਾਂ ਆ ਗਿਆ। ਅੱਜ ਇਹਨੇ ਕਿਰਪਾਨ ਗਲ ਵਿੱਚ ਪਾ ਲਈ ਹੈ, ਤੇ ਮੌਤ ਨੇ ਉਸ ਵੇਲੇ ਆਵਾਜ਼ ਮਾਰੀ, ਤੇ ਮੌਤ ਦੀ ਆਵਾਜ਼ ਐਸੀ ਵੱਜੀ ਹੈ, ਚੜ੍ਹ ਪਿਆ ਘੋੜੇ ਦੇ ਉੱਪਰ ਵੀ ਚਲੋ ਸ਼ਿਕਾਰ ਖੇਡ ਕੇ ਆਈਏ। ਇਸ ਤਰ੍ਹਾਂ ਮੌਤ ਦਾ ਪ੍ਰੇਰਿਆ ਚੱਲਿਆ ਹੈ। ਬਹਿਰ ਝੀਲ ਬੜ ਮਹਿ ਜਬ ਗਇਓ। ਤੇ ਗੁਰਮੁਖੋ ਚਲਦਿਆਂ ਚਲਦਿਆਂ ਨਾ ਬਾਹਰ ਜੰਗਲ ਵਿੱਚ ਗਿਆ, ਤੇ ਜੰਗਲ ਦੇ ਵਿੱਚ ਇੱਕ ਝੀਲ, ਇੱਕ ਪੁਰਾਣੀ ਨਦੀ ਕੋਈ ਚੱਲਦੀ ਹੋਵੇਗੀ, ਛੋਟਾ ਮੋਟਾ ਕੋਈ ਪਾਣੀ ਦਾ ਸੂਆ ਚੱਲਦਾ। ਚਲਦਿਆਂ ਚਲਦਿਆਂ ਰਾਏ ਕੱਲੇ ਦਾ ਪੋਤਰਾ ਉੱਥੇ ਪਹੁੰਚ ਗਿਆ ਹੈ। ਨਿਕਸਿਓ ਮ੍ਰਿਗ ਅਵਲੋਕਿਤ ਭਇਓ। ਮੌਤ ਨੇ ਹੋਰ ਨੇੜੇ ਹੋ ਕੇ ਦਿਖਾਈ ਦਿੱਤੀ ਆ। ਜੰਗਲ ਦੇ ਵਿੱਚੋਂ ਇੱਕ ਹਿਰਨ ਨਿਕਲ ਆਇਆ, ਤੇ ਰਾਏ ਕੱਲੇ ਦੇ ਪੋਤਰੇ ਦੀ ਨਿਗਾਹ ਪੈ ਗਿਆ ਸਾਹਮਣੇ। ਬੜਾ ਸੋਹਣਾ ਇੱਕ ਹਿਰਨ ਭੱਜਾ ਜਾਂਦਾ ਵੇਖਿਆ, ਤੇ ਮਨ ਵਿੱਚ ਵਿਚਾਰ ਬਣਿਆ ਵੀ ਕਿਉਂ ਨਾ ਹੋਵੇ ਮੈਂ ਇਹਦਾ ਸ਼ਿਕਾਰ ਕਰਾਂ। ਹੁਣ ਇਹ ਨਹੀਂ ਪਤਾ ਵੀ ਹਿਰਨ ਦਾ ਸ਼ਿਕਾਰ ਮੈਂ ਕਰਨਾ ਜਾਂ ਮੈਂ ਸ਼ਿਕਾਰ ਬਣ ਜਾਣਾ, ਪਤਾ ਨਹੀਂ ਨਾ ਵਿਅਕਤੀ ਨੂੰ ਹੁੰਦਾ। ਉਸ ਵੇਲੇ ਵੇਖਿਆ ਵੀ ਹਿਰਨ ਬੜਾ ਸੋਹਣਾ ਜੰਗਲ ਵਿੱਚ ਤੁਰਿਆ ਜਾਂਦਾ ਹੈ, ਤੇ ਕਿਰਪਾਨ ਮੈਂ ਗਲ ਵਿੱਚ ਪਾਈ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵੱਡੇ ਵਡੇਰਿਆਂ ਨੂੰ ਇਹ ਦਿੱਤੀ ਹੈ, ਮੈਂ ਇਹਦੇ ਨਾਲ ਹੁਣ ਇਸੇ ਹਿਰਨ ਦਾ ਸ਼ਿਕਾਰ ਕਰਾਂਗਾ। ਤੇ ਉਸ ਵੇਲੇ ਮੌਤ ਦਾ ਪ੍ਰੇਰਿਆ ਫਿਰ ਭੱਜਾ ਹੈ। ਸਕਲ ਸੈਨ ਕੋ ਥਿਰਤ ਹੈ ਕਰਕੇ। ਗੁਰਮੁਖੋ ਜਦੋਂ ਤੁਰਨ ਲੱਗਾ ਨਾ, ਭੱਜਿਆ ਨਾ ਹਿਰਨ ਦੇ ਮਗਰ ਘੋੜਾ ਲੈ ਕੇ, ਤੇ ਫੌਜ ਵੀ ਮਗਰ ਹੀ ਭੱਜ ਪਈ, ਘੋੜਿਆਂ ਤੇ ਚੜੀ ਹੋਈ। ਸਾਰੀ ਫੌਜ ਨੂੰ ਹੁਕਮ ਦਿੱਤਾ, ਰੁਕ ਜਾਓ, ਕੋਈ ਨਾ ਮੇਰੇ ਮਗਰ ਆਵੇ। ਸਾਰੇ ਜਣੇ ਇੱਥੇ ਖੜ ਕੇ ਵੇਖੋ, ਮੈਂ ਜਾਂਦਾ ਇਕੱਲਾ ਹੀ ਸ਼ਿਕਾਰ ਕਰਨ ਵਾਸਤੇ, ਸ਼ਿਕਾਰ ਕਰਕੇ ਲਿਆਵਾਂਗਾ, ਕੋਈ ਵੀ ਮੇਰੇ ਨਾਲ ਨਾ ਜਾਵੇ। ਸਾਰੀ ਫੌਜ ਨੂੰ ਉੱਥੇ ਖੜੀ ਕਰ ਦਿੱਤਾ, ਤੇ ਆਪ ਇਕੱਲਾ ਹੀ ਚੱਲ ਪਿਆ ਹੈ। ਗਇਓ ਇਕਾਕੀ ਗਰਭ ਸੋ ਧਰ ਕੇ। ਬੜਾ ਹੰਕਾਰ ਹੈ, ਕੱਲਾ ਹੀ ਚੱਲਿਆ ਉਸ ਵੇਲੇ ਹੰਕਾਰ ਦੇ ਨਾਲ। ਮਨ ਵਿੱਚ ਵਿਚਾਰ ਇਹ ਹੈ ਕਿ ਮੈਂ ਹੁਣ ਕੱਲਾ ਹੀ ਹਿਰਨ ਨੂੰ ਮਾਰ ਕੇ ਲੈ ਹੀ ਆਉਣਾ ਹੈ, ਮੇਰੇ ਤੋਂ ਹਿਰਨ ਭੱਜ ਥੋੜ੍ਹੀ ਜਾਏਗਾ। ਮੇਰਾ ਘੋੜਾ ਬੜਾ ਭੱਜਦਾ ਹੈ, ਮੇਰੇ ਕੋਲ ਬਲ ਬਹੁਤਾ ਹੈ। ਆਪਣੀ ਫੌਜ ਨੂੰ ਇੱਕੇ ਜਗ੍ਹਾ ਦੇ ਉੱਪਰ ਟਿਕਾ ਕੇ ਤੇ ਕਹਿਣ ਲੱਗੇ ਵੀ ਉਸ ਵੇਲੇ ਦੌੜ ਪਿਆ ਹੈ। ਭਇਓ ਨੇਰ ਤਲਵਾਰ ਨਿਕਾਰੀ। ਉਸ ਵੇਲੇ ਗੁਰਮੁਖੋ ਜਦੋਂ ਨੇੜਾ ਹੋਇਆ ਨਾ, ਭੱਜ ਕੇ ਨੇੜੇ ਵਧਿਆ, ਤੇ ਫਿਰ ਤਲਵਾਰ ਕੱਢੀ ਵੀ ਹੁਣ ਹਿਰਨ ਭੱਜਣਾ ਨਹੀਂ ਚਾਹੀਦਾ, ਇਹਦਾ ਸ਼ਿਕਾਰ ਹੋਣਾ ਚਾਹੀਦਾ। ਤੇ ਸ਼ਿਕਾਰ ਕਰਨ ਵਾਸਤੇ ਨਾ ਤਲਵਾਰ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਸੀ ਨਾ ਰਾਏ ਕੱਲੇ ਨੂੰ, ਵੀ ਤੁਹਾਡਾ ਖਾਨਦਾਨ ਉਹਨਾਂ ਚਿਰ ਹੀ ਬਚੇਗਾ ਜਿੰਨਾ ਚਿਰ ਇਹਦੀ ਪੂਜਾ ਕਰੋਗੇ। ਤੇ ਅੱਜ ਉਹ ਗਲ ਵਿੱਚ ਵੀ ਪਾ ਲਈ ਹੈ। ਹੁਣ ਮਹਾਰਾਜ ਦੀ ਤਲਵਾਰ ਦੇ ਨਾਲ ਸ਼ਿਕਾਰ ਕਰਨ ਲੱਗਾ ਹੈ। ਮਿਆਨ ਦੇ ਵਿੱਚੋਂ ਕੱਢੀ ਤਲਵਾਰ ਵੀ ਹੁਣ ਇਹ ਹਿਰਨ ਭੱਜਾ ਜਾਂਦਾ ਹੈ, ਤੇ ਮੈਂ ਇਹਦੇ ਉੱਪਰ ਆਪਣੀ ਤਲਵਾਰ ਦਾ ਵਾਰ ਕਰਾਂ। ਝੁਕ ਝਟਪਟ ਮ੍ਰਿਗ ਉੱਪਰ ਝਾਰੀ। ਤੇ ਕਹਿਣ ਲੱਗੇ ਵੀ ਉਸ ਵੇਲੇ ਝਟਪਟ ਛੇਤੀ ਦੇ ਨਾਲ ਝੋਕੇ ਉਹ ਜਿਹੜੀ ਤਲਵਾਰ ਹੈ ਨਾ, ਘੋੜੇ ਦੇ ਉੱਪਰ ਬੈਠੇ ਹੋਏ ਨੇ, ਤੇ ਵਾਰ ਕਰਨ ਵਾਸਤੇ ਆਪਣੇ ਹੱਥ ਵਿੱਚ ਫੜ ਕੇ, ਤੇ ਬੜੇ ਜ਼ੋਰ ਦੀ ਇਸ ਨੇ ਵਾਰ ਕੀਤਾ ਹਿਰਨ ਦੇ ਉੱਪਰ ਵੀ ਮੇਰੀ ਤਲਵਾਰ ਦਾ ਵਾਰ ਹੋਵੇ, ਤੇ ਹਿਰਨ ਦੀ ਧੌਣ ਵੱਢੀ ਜਾਵੇ, ਤੇ ਮਰ ਜਾਵੇ, ਤੇ ਮੈਂ ਸ਼ਿਕਾਰ ਕਰਾਂ। ਇਸ ਤਰ੍ਹਾਂ ਸੋਚ ਕੇ ਉਸ ਵੇਲੇ ਤਲਵਾਰ ਚਲਾਈ ਹੈ। ਸੋ ਬਚ ਗਇਓ ਛਾਲ ਕਰ ਆਗੀ। ਪਰ ਕਹਿਣ ਲੱਗੇ ਵੀ ਉਹ ਜਿਹੜਾ ਹਿਰਨ ਸੀ ਉਹ ਬਚ ਗਿਆ, ਉਹਨੇ ਛਾਲ ਮਾਰੀ, ਇਹਦੇ ਵਾਰ ਤੋਂ ਪਰੇ ਹੋ ਗਿਆ। ਵਾਰ ਤੇ ਇਹਨੇ ਕਰ ਦਿੱਤਾ ਵੀ ਹਿਰਨ ਕੋਲ ਹੈ, ਪਰ ਉਹ ਜਾਨਵਰ ਨੇ ਵੀ ਐਸੀ ਫੁਰਤੀ ਵਿਖਾਈ, ਉਹਨੇ ਇੱਕੇ ਵਾਰੀ ਛਾਲ ਮਾਰੀ, ਤੇ ਇਹਦੇ ਵਾਰ ਤੋਂ ਪਾਸੇ ਹੋ ਗਿਆ। ਵਾਰ ਉਹਦੇ ਤੇ ਲੱਗਾ ਨਹੀਂ, ਤਲਵਾਰ ਉਹਦੇ ਧੌਣ ਤੇ ਜਾ ਕੇ ਨਹੀਂ ਵੱਜੀ ਹੈ। ਬਹਿਕ ਹਾਥ ਉਰੂ ਪਰ ਲਾਗੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਜਿਹੜੀ ਤਲਵਾਰ ਹੈ ਨਾ, ਉਹ ਇਸ ਤਰ੍ਹਾਂ ਦੀ ਫਿਰੀ ਹੱਥ ਦੇ ਵਿੱਚੋਂ ਵੀ ਇਹਦੇ ਆਪਣੇ ਹੀ ਪੱਟ ਤੇ ਆ ਕੇ ਵੱਜੀ। ਹੁਣ ਸ਼ਿਕਾਰ ਕਰਨ ਤੇ ਹਿਰਨ ਦਾ ਗਿਆ ਹੈ, ਹਿਰਨ ਦੇ ਉੱਪਰ ਤੇ ਤਲਵਾਰ ਦਾ ਵਾਰ ਨਹੀਂ ਲੱਗਾ, ਪਰ ਉਹ ਵਾਰ ਇਹਦੇ ਆਪਣੇ ਪੱਟ ਤੇ ਹੀ ਆ ਕੇ ਵੱਜ ਗਿਆ। ਹਿਰਨ ਛਾਲ ਮਾਰ ਗਿਆ, ਤੇ ਇਸ ਦਾ ਜਿਹੜਾ ਵਾਰ ਸੀ ਚੁੱਕ ਗਿਆ। ਇਹੋ ਜਿਹਾ ਚੁੱਕਿਆ ਵਾਰ ਵੀ ਇਹਦੇ ਪੱਟ ਤੇ ਜਾ ਕੇ ਆਪਣੇ ਪੱਟ ਤੇ ਤਲਵਾਰ ਮਾਰ ਕੇ ਬੈਠ ਗਿਆ ਹੈ। ਇਮ ਸ਼ਮਸ਼ੇਰ ਸਾਫ ਹੋਏ ਬਈ। ਕਹਿਣ ਲੱਗੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਤਲਵਾਰ ਹੈ, ਇੰਨੀ ਸਾਫ਼ ਜਾ ਕੇ ਵੱਜੀ ਨਾ ਪੱਟ ਦੇ ਉੱਪਰ ਵੀ ਤਲਵਾਰ ਨੂੰ ਤੇ ਖੂਨ ਵੀ ਨਹੀਂ ਲੱਗਾ, ਤੇ ਲੱਤ ਵੱਢ ਕੇ ਉਹਨੇ ਉਹ ਉੱਥੇ ਰੱਖ ਦਿੱਤੀ। ਉਸੇ ਵੇਲੇ ਕਿੱਥੇ ਸਾਬਤ ਬੰਦਾ ਬੈਠਾ ਸੀ ਘੋੜੇ ਤੇ ਚੜ੍ਹ ਕੇ, ਕਿੱਥੇ ਇੱਕ ਲੱਤ ਗਵਾ ਕੇ ਬਹਿ ਗਿਆ, ਪੱਟ ਤੇ ਆ ਕੇ ਵੱਜੀ ਹੈ,
ਤੇ ਵਾਰੀ ਬੜੇ ਜ਼ੋਰ ਦੇ ਨਾਲ ਹੈ ਤੇ ਬੜੀ ਤਿੱਖੀ ਤਲਵਾਰ ਹੈ, ਤੇ ਜਦੋਂ ਪੱਟ ਤੇ ਜਾ ਕੇ ਵੱਜੀ ਹੈ ਤੇ ਇਸ ਦਾ ਪੱਟ ਉਸ ਵੇਲੇ ਵੱਢਿਆ ਗਿਆ ਹੈ। ਕਟਿਓ ਉਰੂ ਕੁਛ ਬਾਕੀ ਰਹੀ। ਕਹਿਣ ਲੱਗੇ ਵੀ ਪੱਟ ਵੱਢਿਆ ਗਿਆ, ਲੱਤ ਜਿਹੜੀ ਆ ਡਿੱਗ ਪਈ ਤੇ ਉਸ ਵੇਲੇ ਡਿੱਗ ਪਿਆ, ਫਿਰ ਆਪ ਵੀ ਘੋੜੇ ਦੇ ਉੱਪਰੋਂ, ਤੇ ਐਸੀ ਹਾਲਤ ਬਣ ਗਈ ਹੈ। ਤਰ ਗਿਰ ਪਰਿਓ ਤਰੰਗ ਢਿੱਗ ਖਰਿਓ। ਕਹਿਣ ਲੱਗੇ ਵੀ ਜਦੋਂ ਹੁਣ ਬੰਦੇ ਦੀ ਲੱਤ ਵੱਢੀ ਗਈ ਹੈ, ਦਰਦ ਦੇ ਨਾਲ ਆਪਣੇ ਆਪ ਨੂੰ ਉਸ ਵੇਲੇ ਸੰਭਾਲ ਨਹੀਂ ਸਕਿਆ, ਤੇ ਇਹ ਰਾਏ ਕੱਲੇ ਦਾ ਪੋਤਰਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ੍ਰੀ ਸਾਹਿਬ ਤਲਵਾਰ ਬਖਸ਼ਿਸ਼ ਕੀਤੀ ਹੈ, ਅੱਜ ਨਹੀਂ ਬਚਨ ਮੰਨਿਆ। ਜਿਹੜੇ ਬਚਨ ਨਹੀਂ ਨਾ ਮੰਨਦੇ ਗੁਰੂ ਦਾ, ਪੀਰ ਦਾ, ਵੱਡੇ ਦਾ, ਸਤਿਕਾਰਯੋਗ ਦਾ, ਇਸ ਤਰ੍ਹਾਂ ਹੀ ਹੁੰਦਾ ਉਹਦੇ ਨਾਲ। ਤਾਂ ਹੀ ਮਹਾਰਾਜ ਨੇ ਆਖਿਆ ਐਸਾ ਕੰਮ ਮੂਲੇ ਨਾ ਕੀਚੈ, ਅੰਤ ਪਛੋ ਤਾਈਏ। ਉਹ ਕੰਮ ਕਰਨਾ ਹੀ ਕਿਉਂ? ਤਾਂ ਹੀ ਆਂਦੇ ਨੇ ਵੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ। ਇਹ ਫਿਰ ਪਤਾ ਉਦੋਂ ਹੀ ਲੱਗਦਾ ਜਦੋਂ ਕਾਰਵਾਈਆਂ ਪੈ ਜਾਂਦੀਆਂ, ਫਿਰ ਬੰਦਾ ਪਛਤਾਉਂਦਾ ਹੈ। ਕਹਿਣ ਲੱਗੇ ਵੀ ਲੱਤ ਵੱਢੀ ਗਈ ਵੀ ਡਿੱਗ ਪਿਆ ਘੋੜੇ ਤੋਂ ਥੱਲੇ। ਜਦੋਂ ਡਿੱਗਿਆ ਨਾ ਤੇ ਘੋੜੇ ਨੇ ਵੇਖਿਆ ਵੀ ਮਾਲਕ ਡਿੱਗ ਪਿਆ, ਘੋੜਾ ਵੀ ਕੋਲ ਖੜ ਗਿਆ। ਜਾਨਵਰ ਬੜਾ ਸਿਆਣਾ ਹੈ, ਘੋੜਾ ਆਪਣੇ ਮਾਲਕ ਦਾ ਵਫਾਦਾਰ ਹੈ। ਘੋੜਾ ਕੋਲ ਖੜ ਗਿਆ ਉਸ ਵੇਲੇ। ਸਭ ਸੈਨਾ ਤਬ ਟੋਰਨ ਕਰਿਓ। ਤੇ ਜਦੋਂ ਵਾਪਸ ਨਹੀਂ ਨਾ ਗਿਆ ਘੋੜਾ, ਨਾ ਹੀ ਇਹ ਰਾਏ ਕੱਲੇ ਦਾ ਪੋਤਰਾ ਗਿਆ, ਤੇ ਫੌਜ ਨੂੰ ਪਿੱਛੇ ਫਿਕਰ ਪੈ ਗਿਆ ਵੀ ਸ਼ਿਕਾਰ ਕਰਨ ਗਿਆ ਸੀ ਸਾਡਾ ਰਾਜਾ, ਅਜੇ ਤੱਕ ਮੁੜਿਆ ਨਹੀਂ। ਤੇ ਫੌਜ ਨੇ ਉਸ ਵੇਲੇ ਵੇਖਿਆ ਵੀ ਹੋ ਸਕਦਾ ਕੋਈ ਅਣਹੋਈ ਘਟਨਾ ਹੀ ਨਾ ਵਾਪਰ ਗਈ ਹੋਵੇ, ਆਪਾਂ ਨੂੰ ਲੱਭਣਾ ਚਾਹੀਦਾ। ਤੇ ਫੌਜ ਦੇ ਸਿਪਾਹੀ ਉਸ ਵੇਲੇ ਫਿਰ ਲੱਭਣ ਲੱਗ ਪਏ ਹਨ। ਹਾਏ ਹਾਏ ਮੁਖ ਭਨਤ ਹੈ ਸੁਨ ਆਏ ਸਹਸਾਏ। ਕਹਿਣ ਲੱਗੇ ਜੰਗਲ ਵਿੱਚ ਪਿਆ ਹੋਇਆ, ਲੱਤ ਫੜ ਕੇ ਬੈਠਾ ਕਰਦਾ ਹਾਏ ਹਾਏ ਕਰਦਾ ਪਿਆ, ਰੋਂਦਾ ਪਿਆ ਉੱਚੀ ਉੱਚੀ ਹਾਏ ਹਾਏ ਕਰਕੇ। ਦਰਦ ਸਹੀ ਨਹੀਂ ਨਾ ਜਾ ਰਹੀ, ਪੀੜਾ ਨਹੀਂ ਝੱਲੀ ਜਾ ਰਹੀ। ਇੱਧਰੋਂ ਫੌਜ ਦੇ ਸਿਪਾਹੀ ਲੱਭਦੇ ਪਿਆ। ਜਦੋਂ ਉਹਨਾਂ ਦੇ ਕੰਨ ਵਿੱਚ ਆਵਾਜ਼ ਪਈ ਨਾ ਵੀ ਇੱਥੋਂ ਹਾਏ ਹਾਏ ਦੀ ਆਵਾਜ਼, ਕੋਈ ਰੋਂਦਾ ਪਿਆ, ਆ ਕੇ ਕੀ ਵੇਖਿਆ ਵੀ ਇਹ ਤੇ ਸਾਡਾ ਰਾਜਾ ਹੀ ਹੈ ਜਿਹੜਾ ਘੋੜੇ ਤੇ ਬੈਠ ਕੇ ਆਇਆ। ਤੇ ਫੌਜ ਨੇ ਆ ਕੇ ਵੇਖਿਆ ਵੀ ਲੱਤ ਵੱਢ ਕੇ ਗਵਾਈ ਬੈਠਾ ਹੈ, ਤੇ 1.5 ਲੱਤਾਂ ਹੋ ਗਿਆ। ਚੰਗਾ ਭਲਾ 2 ਲੱਤਾਂ ਵਾਲਾ ਭੇਜਿਆ, 1.5 ਹੀ ਰਹਿ ਗਈ, ਇੱਕ ਤੇ ਵੱਢੀ ਗਈ ਅੱਧੀ ਵਿੱਚੋਂ। ਅੱਧੀ ਲੱਤ ਵਢਾ ਕੇ ਲੰਗੜਾ ਹੋ ਕੇ ਬੈਠਾ ਹੈ। ਕਟਿਓ ਪਰਿਓ ਅਬ ਲੋਕ ਕਰ ਸਿਵਕਾ ਲਿਓ ਚੜਾਏ। ਜਾਣ ਲਿਆ ਵੀ ਇਹ ਬੰਦਾ ਹੁਣ ਘੋੜੇ ਤੇ ਨਹੀਂ ਚੜ ਸਕੇਗਾ। ਘੋੜੇ ਤੇ ਹੁਣ ਕੀ ਚੜਨਾ, ਹੁਣ ਤੇ ਲੱਤ ਵੱਢੀ ਗਈ ਹੈ। ਉਸੇ ਵੇਲੇ ਪਾਲਕੀ ਮੰਗਾਈ, ਕਹਿੰਦੇ ਲਿਆਓ ਵੀ ਜਾ ਕੇ ਹੁਣ ਸ਼ਹਿਰ ਵਿੱਚੋਂ ਪਾਲਕੀ ਲਿਆਓ, ਤੇ ਉਹਦੇ ਵਿੱਚ ਲੰਮੇ ਪਾ ਕੇ ਉਹਨੂੰ ਲੈ ਕੇ ਚੱਲੀਏ, ਦੁਆ ਦਾਰੂ ਕਰੀਏ, ਹੋ ਸਕਦਾ ਬਚ ਜਾਵੇ। ਤੇ ਪਾਲਕੀ ਦੇ ਉੱਪਰ ਉਸ ਵੇਲੇ ਚਾੜ ਲਿਆ ਹੈ। ਪੰਥ ਬਿਖੈ ਹੀ ਮਰ ਗਿਓ ਨਹਿ ਘਰ ਲਗ ਆਵਾ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਵੀ ਲੱਤ ਵੱਢਣ ਦੇ ਨਾਲ ਗੁਰਮੁਖੋ ਅੱਜ ਵਰਗੇ ਉਦੋਂ ਸਮੇਂ ਨਹੀਂ ਸਨ, ਨਾ ਹੀ ਅੱਜ ਵਰਗਾ ਇਲਾਜ ਸੀ। ਉਹਨਾਂ ਸਮਿਆਂ ਵਿੱਚ ਵੈਦ ਹਕੀਮ ਪੁੜੀਆਂ ਵਗੈਰਾ ਦਵਾਈ ਦੀਆਂ ਦਿੰਦੇ ਸਨ, ਤੇ ਨਾਲੇ ਲੱਤ ਵੱਢੀ ਗਈ, ਖੂਨ ਬਹੁਤਾ ਵਗ ਗਿਆ, ਕੋਈ ਕੋਲ ਨਹੀਂ ਸੀ ਸਾਂਭਣ ਵਾਲਾ। ਤੇ ਇੰਨੀ ਕਮਜ਼ੋਰੀ ਆਈ ਵੀ ਇਹ ਪਾਲਕੀ ਦੇ ਵਿੱਚ ਬੈਠਾ ਘਰ ਤੱਕ ਨਹੀਂ ਪਹੁੰਚਿਆ। ਪਾਲਕੀ ਦੇ ਵਿੱਚ ਰਸਤੇ ਵਿੱਚ ਹੀ ਫੌਤ ਹੋ ਗਿਆ, ਮੌਤ ਨੂੰ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਰਾਏ ਕੱਲੇ ਦੀ ਵੰਸ਼ ਜਿਹੜੀ ਆ ਨਾ ਉਹ ਖਤਮ ਹੋਈ ਹੈ। ਇਸ ਤਰ੍ਹਾਂ ਉਹਦਾ ਪੋਤਰਾ ਮਰਿਆ, ਤੇ ਪੋਤਰਾ ਮਰਨ ਦੇ ਨਾਲ ਫਿਰ ਰਸਤੇ ਵਿੱਚ ਹੀ ਮੌਤ ਪ੍ਰਾਪਤ ਹੋਈ ਹੈ। ਕਬ ਆਖੈ ਹਮ ਅਲਪ ਬੈ ਜਬ ਇਹੋ ਭਾਈ ਸੁਨ ਸੰਤੋਖ ਸਿੰਘ ਪਾਵਾ। ਜੀ ਕਹਿੰਦੇ ਜਦੋਂ ਮੈਂ ਇਤਿਹਾਸ ਇਹ ਲਿਖਦਾ ਪਿਆ ਨਾ, ਭਾਈ ਸੰਤੋਖ ਸਿੰਘ ਨੇ ਆਪਣੀ ਗਵਾਹੀ ਖੁਦ ਦਿੱਤੀ ਹੈ ਇੱਥੇ ਲਿਖਦਿਆਂ ਹੋਇਆਂ। ਕਹਿਣ ਲੱਗੇ ਮੈਂ ਛੋਟੀ ਉਮਰ ਦੇ ਵਿੱਚ ਸੀਗਾ ਉਦੋਂ, ਤੇ ਮੈਂ ਸੁਣਿਆ ਸੀ ਲੋਕਾਂ ਦੇ ਕੋਲੋਂ ਵੀ ਰਾਏ ਕੱਲੇ ਦਾ ਪੋਤਰਾ ਮਰ ਗਿਆ ਹੈ। ਮੇਰੀ ਉਮਰ ਛੋਟੀ ਸੀ ਉਸ ਵੇਲੇ, ਮੈਨੂੰ ਪਤਾ ਨਹੀਂ ਸੀ ਵੀ ਇਹਦੇ ਪਿੱਛੇ ਇਤਿਹਾਸ ਕੀ ਹੈ, ਕਾਰਨ ਕੀ ਹੈ, ਪਰ ਮੈਂ ਸੁਣਿਆ। ਲੋਕਾਂ ਨੂੰ ਆਮ ਹੀ ਗੱਲਾਂ ਕਰਦਿਆਂ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਨਾ, ਤੇ ਆਮ ਹੀ ਇਹ ਦੰਦ ਕਥਾ ਬਣ ਜਾਂਦੀ ਹੈ। ਪਿੰਡਾਂ ਪਿੰਡਾਂ ਵਿੱਚ ਗੱਲਾਂ ਸ਼ੁਰੂ ਹੋ ਜਾਂਦੀਆਂ ਵੀ ਫਲਾਣੇ ਪਰਿਵਾਰ ਨਾਲ ਇਸ ਤਰ੍ਹਾਂ ਹੋਇਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੁਣਿਆ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਵੀ ਰਾਏ ਕੱਲੇ ਦਾ ਪਰਿਵਾਰ ਇਸ ਤਰ੍ਹਾਂ ਮਰਿਆ। ਇਹ ਮੈਂ ਆਪਣੇ ਕੰਨਾਂ ਨਾਲ ਸੁਣਿਆ ਛੋਟੇ ਹੁੰਦਿਆਂ, ਇਹ ਸਾਰੀ ਘਟਨਾ ਮੈਂ ਸੁਣੀ ਹੈ। ਗੁਰ ਕਿਰਪਾਨ ਤੇ ਕਟ ਮਰਿਓ ਬਨ ਗਏ ਅਖੇਰਾ। ਗਿਆ ਸੀ ਸ਼ਿਕਾਰ ਖੇਡਣ ਵਾਸਤੇ, ਗਿਆ ਸੀ ਹਿਰਨ ਦਾ ਸ਼ਿਕਾਰ ਕਰਨ, ਪਰ ਇਹ ਨਹੀਂ ਪਤਾ ਵੀ ਗੁਰੂ ਸਾਹਿਬ ਦੀ ਬਖਸ਼ੀ ਤਲਵਾਰ ਦਾ ਸ਼ਿਕਾਰ ਮੈਂ ਹੀ ਹੋ ਜਾਣਾ ਹੈ। ਪਿਤਾ ਨੇ ਪੂਜਾ ਕੀਤੀ ਹੈ, ਦਾਦੇ ਨੇ ਪੂਜਾ ਕੀਤੀ ਹੈ, ਪਰ ਇਸ ਵਿਅਕਤੀ ਨੂੰ ਫਿਰ ਵੀ ਸਮਝ ਨਹੀਂ ਆਈ ਵੀ ਪਿਤਾ ਤੇ ਦਾਦਾ ਕਮਲਾ ਥੋੜ੍ਹੀ ਹੈ ਜਿਨ੍ਹਾਂ ਨੇ ਪੂਜਾ ਕੀਤੀ, ਗਲ ਵਿੱਚ ਪਾ ਕੇ ਬੈਠ ਗਿਆ। ਵੈਸੇ ਵੀ ਨੌਜਵਾਨ ਪੀੜ੍ਹੀ, ਜਦੋਂ ਬੱਚਾ ਨੌਜਵਾਨ ਹੁੰਦਾ ਉਹ ਵੱਡਿਆਂ ਨੂੰ ਕਹਿੰਦਾ ਤੁਸੀਂ ਤਾਂ ਸਾਰੇ ਪਾਗਲ ਹੀ ਹੋ, ਮੈਂ ਸਿਆਣਾ, ਜੋ ਮੈਨੂੰ ਪਤਾ ਉਹ ਤੁਹਾਨੂੰ ਨਹੀਂ ਪਤਾ ਹੈ। ਪਰ ਜਿਨ੍ਹਾਂ ਨੇ ਜ਼ਿੰਦਗੀ ਹੰਢਾਈ ਹੈ ਉਹਨਾਂ ਨੂੰ ਤਜਰਬਾ ਹੋਇਆ ਕਰਦਾ ਹੈ। ਸੋ ਰੋਹ ਵਿਚਾਰ ਇਹ ਹੈ ਵੀ ਇਸ ਬੱਚੇ ਨੇ ਸੋਚਿਆ ਵੀ ਦਾਦਾ ਵੀ ਕਮਲਾ ਹੀ ਹੈ, ਪਿਤਾ ਵੀ ਕਮਲਾ ਹੀ ਹੈ, ਜਿਹੜੇ ਇੱਕ ਤਲਵਾਰ ਦੀ ਪੂਜਾ ਹੀ ਕਰਦੇ ਰਹਿ, ਮੈਂ ਕਿਉਂ ਨਾ ਹੋਵੇ ਗਲ ਵਿੱਚ ਪਾ ਲਵਾਂ। ਗਲ ਵਿੱਚ ਪਾਈ ਹੈ, ਆਪਣੀ ਤਲਵਾਰ ਦਾ ਹੀ ਵਾਰ ਆਪਣੇ ਪੱਟ ਤੇ ਕਰਕੇ, ਤੇ ਉਸ ਵੇਲੇ ਮੌਤ ਨੂੰ ਪ੍ਰਾਪਤ ਹੋਇਆ ਹੈ। ਰਾਜ ਬੰਸ ਅਰ ਤੇਜ ਸਭ ਜੁਤ ਮੂਲ ਉਖੇਰਾ। ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਾਈ ਦਾ ਬੂਟਾ ਪੱਟ ਕੇ ਆਖਿਆ ਸੀ ਵੀ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਇਹ ਮਹਾਰਾਜ ਨੇ ਬਚਨ ਕੀਤੇ ਸਨ ਨਾ ਲੰਬੇ ਜੱਟਪੁਰੇ।
ਕਹਿਣ ਲੱਗੇ ਵੀ ਉਸ ਵੇਲੇ ਰਾਏ ਇਕੱਲੇ ਨੇ ਆਖਿਆ ਸੀ, ਮਹਾਰਾਜ ਮੈਂ ਮੁਸਲਮਾਨ ਆ, ਮੈਨੂੰ ਰੱਖ ਲਓ, ਮੇਰੀਆਂ ਜੜ੍ਹਾਂ ਤੇ ਨਾ ਪੱਟੋ, ਮੈਂ ਸੇਵਾ ਕੀਤੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ, ਰਾਏ ਇਕੱਲੇ ਹੁਣ ਤੇ ਬਚਨ ਹੋ ਗਿਆ ਨਾ, ਹੁਣ ਵਾਪਸ ਨਹੀਂ ਹੋਵੇਗਾ। ਜਦੋਂ ਇਹਨੇ ਵੇਖਿਆ ਵੀ ਮਹਾਰਾਜ ਬਚਨ ਵਾਪਸ ਨਹੀਂ ਕਰਦੇ ਪਏ, ਆਪਣੇ ਪਰਿਵਾਰ ਨੂੰ ਕਹਿਣ ਲੱਗਾ, ਨਾਲ ਹੀ ਚੱਲ ਪੋ ਸਾਰੇ ਜਾਣੇ ਤਿਆਰ ਹੋ ਕੇ, ਮਹਾਰਾਜ ਦੇ ਮਗਰ ਮਗਰ ਚੱਲਾਂਗੇ, ਸੇਵਾ ਕਰਾਂਗੇ, ਜਿੱਥੇ ਕਿਤੇ ਸੇਵਾ ਤੋਂ ਖੁਸ਼ ਹੋਣਗੇ ਉੱਥੇ ਮਹਾਰਾਜ ਤੋਂ ਬਖਸ਼ਾਵਾਂਗੇ। ਸਤਿਗੁਰਾਂ ਨੇ ਵੇਖਿਆ ਵੀ ਅਜੇ ਤੇ ਅਸੀਂ ਬਚਨ ਕੀਤਾ ਹੀ ਹੈ, ਪਰ ਇਹਨੂੰ ਪੂਰਾ ਭਰੋਸਾ ਵੀ ਹੋ ਗਿਆ ਸਾਡੇ ਬਚਨ ਤੇ। ਬੜੀ ਵੱਡੀ ਗੱਲ ਹੈ ਗੁਰੂ ਦੇ ਬਚਨ ਤੇ ਭਰੋਸਾ ਕਰਨਾ। ਭਾਵੇਂ ਆਪਾਂ ਸਿੱਖ ਹਾਂ, ਸਾਨੂੰ ਨਹੀਂ ਕਈ ਵਾਰੀ ਹੁੰਦਾ ਹੈ ਭਰੋਸਾ, ਪਰ ਉਸਨੇ ਭਰੋਸਾ ਕੀਤਾ। ਮਹਾਰਾਜ ਕਹਿਣ ਲੱਗੇ, ਤੇਰਾ ਭਰੋਸਾ ਹੋਣ ਕਰਕੇ ਨਾ ਤੇਰੇ ਤੇ ਅਸੀਂ ਖੁਸ਼ ਹੋ ਗਏ। ਸੋ ਉਸ ਵੇਲੇ ਫਿਰ ਮਹਾਰਾਜ ਨੇ ਆਪਣੇ ਕੋਲੋਂ ਇਹ ਸ੍ਰੀ ਸਾਹਿਬ ਬਖਸ਼ੀ ਸੀ, ਆਪਣੀ ਬੁੱਕਲ ਵਿੱਚੋਂ ਕੱਢ ਕੇ ਨਾ, ਆਪਣੇ ਜਿਹੜੀ ਚਾਦਰ ਦੀ ਬੁੱਕਲ ਮਾਰੀ ਹੈ ਉਹਦੇ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਮਹਾਰਾਜ ਨੇ ਆਖਿਆ, ਜਿੰਨਾ ਚਿਰ ਪੂਜਾ ਕਰੇਗਾ ਨਾ ਇਸ ਤਲਵਾਰ ਦੀ, ਉਹਨਾਂ ਚਿਰ ਤੇਰੀ ਬੰਸ ਵੀ ਚੱਲਦੀ ਰਹੇਗੀ, ਤੇਰਾ ਰਾਜ ਵੀ ਚੱਲਦਾ ਰਹੇਗਾ। ਪਰ ਜਿਸ ਦਿਨ ਤੂੰ ਛੱਡ ਦਿੱਤੀ ਜਾਂ ਨਰਾਦਰ ਕੀਤਾ, ਉਸ ਦਿਨ ਸਭ ਕੁਝ ਖਤਮ ਹੋ ਜਾਣਾ। 2 ਪੀੜ੍ਹੀਆਂ ਤੱਕ ਤੇ ਸੇਵਾ ਕਰਦੇ ਰਹੇ, ਪਰ ਤੀਜੀ ਪੀੜ੍ਹੀ ਜਦੋਂ ਆਈ ਨਾ ਤਾਂ ਪੋਤਰੇ ਨੇ ਆਖਿਆ ਵੀ ਵੱਡੇ ਵਡੇਰੇ ਤੇ ਕਮਲੇ ਹੀ ਸੀ, ਮੈਂ ਸਿਆਣਾ, ਗਲ ਵਿੱਚ ਪਾ ਲਈ, ਸ਼ਿਕਾਰ ਖੇਡਿਆ ਤੇ ਫਿਰ ਆਪ ਮਰ ਗਿਆ। ਇਸ ਤਰ੍ਹਾਂ ਰਾਏ ਇਕੱਲੇ ਦੀ ਬੰਸ ਵੀ ਖਤਮ ਹੋ ਗਈ ਤੇ ਰਾਜ ਵੀ ਖਤਮ ਹੋ ਗਿਆ। ਸੋ ਆਪਣੇ ਲੁਧਿਆਣੇ ਦੇ ਨੇੜੇ ਹੀ ਹੈ ਨਾ ਨਗਰ, ਆਪਾਂ ਕਈ ਵਾਰੀ ਜਾਂਦੇ। ਸੋ ਜਿਹੜਾ ਨਗਰ ਹੈ, ਕਹਿਣ ਲੱਗੇ ਵੀ ਇੱਥੋਂ ਦਾ ਰਹਿਣ ਵਾਲਾ ਇਹ ਰਾਏ ਇਕੱਲਾ ਹੈ, ਜਿਸ ਨੂੰ ਰਾਏਪੁਰ ਕਿਹਾ ਜਾਂਦਾ ਹੈ ਨਾ, ਦੀਨਾ ਕਾਂਗੜੇ ਸਾਰਾ ਇਲਾਕਾ ਆਪਾਂ ਦੇਖਦੇ। ਇੱਥੇ ਰਾਜ ਭਾਗ ਸੀ ਇਹਨਾਂ ਦਾ, ਪਰ ਉਹ ਸਾਰਾ ਰਾਜ ਭਾਗ ਤੇ ਵੰਸ਼ ਵੀ ਖਤਮ ਹੋ ਗਈ ਹੈ। ਪੁਰਿਓ ਬਾਕ ਸਤਿਗੁਰੂ ਕੋ ਸੁਨ ਛਤ ਦ੍ਰਿਗਹੇਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਪੂਰਾ ਹੋ ਗਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਬਜ਼ੁਰਗਾਂ ਨੇ ਅੱਖਾਂ ਦੇ ਨਾਲ ਇਹ ਵੇਖਿਆ ਹੈ। ਜਦੋਂ ਮਰਿਆ ਨਾ ਉਹ ਰਾਏ ਇਕੱਲੇ ਦਾ ਪੋਤਰਾ, ਬਜ਼ੁਰਗਾਂ ਨੇ ਅੱਖਾਂ ਨਾਲ ਵੇਖਿਆ। ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ, ਮੈਂ ਉਹਨਾਂ ਦੇ ਕੋਲੋਂ ਸੁਣਿਆ ਹੈ। ਮੇਰੀ ਉਮਰਾਂ ਛੋਟੀ ਸੀ ਉਸ ਵੇਲੇ, ਜਿਹੜੇ ਉਸ ਵੇਲੇ ਦੇ ਬਜ਼ੁਰਗ ਸਨ ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ ਹੈ ਵੀ ਅਸੀਂ ਰਾਏ ਇਕੱਲੇ ਦੇ ਪੋਤਰੇ ਨੂੰ ਇਹਨਾਂ ਅੱਖਾਂ ਨਾਲ ਮਰਦੇ ਵੇਖਿਆ ਹੈ। ਉਹਨਾਂ ਕੋਲੋਂ ਮੈਂ ਬਚਨ ਸੁਣਿਆ, ਤਾਂ ਤੁਹਾਨੂੰ ਇਤਿਹਾਸ ਵਿੱਚ ਲਿਖ ਕੇ ਬਚਨ ਦੱਸਿਆ ਵੀ ਜਿਹੜਾ ਗੁਰੂ ਦਾ ਬਚਨ ਨਹੀਂ ਨਾ ਮੰਨਦਾ ਤੇ ਉਹਦੇ ਨਾਲ ਫਿਰ ਇਸ ਤਰ੍ਹਾਂ ਦੀ ਹਾਲਤ ਹੋ ਜਾਇਆ ਕਰਦੀ ਹੈ। ਸੋ ਇਸ ਤਰ੍ਹਾਂ ਕਹਿੰਦੇ ਸਾਰਾ ਕੁਝ ਅਸੀਂ ਦੇਖਿਆ ਹੈ। ਇਮ ਤਿਨ ਕੋ ਅਵਸਾਨ ਭਾ ਜਗ ਲਖੈ ਕਨੇਰਾ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹਨਾਂ ਦਾ ਨਾਸ਼ ਹੋਇਆ, ਗੁਰਮੁਖੋ ਅੰਤ ਇਸ ਤਰ੍ਹਾਂ ਹੋਇਆ। ਰਾਏ ਇਕੱਲੇ ਦੀ ਕੁਲ ਦਾ ਕੁਲ ਫਿਰ ਗਾਂ ਚੱਲੀ ਨਹੀਂ ਹੈ। ਸੋ ਇਹ ਸਾਰੀ ਦੁਨੀਆ ਨੇ ਵੇਖਿਆ ਉਸ ਵੇਲੇ ਵੀ ਕੁਲ ਵੀ ਖਤਮ ਹੋ ਗਈ, ਰਾਜ ਵੀ ਖਤਮ ਹੋ ਗਿਆ, ਨਾਮੋ ਨਿਸ਼ਾਨ ਹੀ ਮਿਟ ਗਿਆ, ਰਹਿ ਹੀ ਕੋਈ ਨਹੀਂ ਗਿਆ ਹੈ। ਇਸ ਤਰ੍ਹਾਂ ਰਾਜਿਆਂ ਦੇ ਰਾਜ ਭਾਗ ਮਿਟ ਜਾਇਆ ਕਰਦੇ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਇੱਥੇ ਤੇ ਰਾਵਣ ਵਰਗਿਆਂ ਦਾ ਖੁਰਾ ਖੋਜ ਨਹੀਂ ਲੱਭਿਆ, ਕਿੱਧਰ ਚਲੇ ਗਏ, ਕੋਈ ਨਾਂ ਹੀ ਨਹੀਂ ਜਾਣਦਾ ਹੈ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਭਾਈ ਜਿਹੜੇ ਗੁਰੂ ਦਾ ਸਤਿਕਾਰਯੋਗ ਹਸਤੀ ਦਾ ਸਾਧੂ ਦਾ ਬਚਨ ਨਹੀਂ ਨਾ ਮੰਨਦੇ, ਉਹਨਾਂ ਦੇ ਫਿਰ ਕੁੱਲਾਂ ਇਸ ਤਰ੍ਹਾਂ ਨਾਸ ਹੋ ਜਾਂਦੀਆਂ ਹਨ। ਸੁਨੋ ਗੁਰੂ ਕੀ ਵਾਰਤਾ ਦੀਨੇ ਥਿਰ ਹੋਏ। ਵੀ ਗੁਰਮੁਖ ਹੋਏ ਤੁਹਾਨੂੰ ਬਚਨ ਤਾਂ ਸੁਣਾਇਆ ਸੀ ਵੀ ਮਹਾਰਾਜ ਸਾਹਿਬ ਜੀ ਮਾਛੀਵਾੜੇ ਤੋਂ ਜਦੋਂ ਚੱਲੇ ਸਨ ਤੇ ਫਿਰ ਪਾਤਸ਼ਾਹ ਜੀ ਇੱਥੋਂ ਨੀਲ ਨਾਮ ਦਾ ਨਗਰ ਹੈ, ਲੱਲ ਨਾਮ ਦਾ ਨਗਰ ਹੈ। ਜਦੋਂ ਆਪਾਂ ਲੁਧਿਆਣੇ ਨੂੰ ਜਾਈਏ ਰਸਤੇ ਵਿੱਚ ਇੱਕ ਟੋਲ ਪਲਾਜ਼ਾ ਆਉਂਦਾ, ਉੱਥੇ ਲੱਲ ਨਾਮ ਦਾ ਨਗਰ। ਇੱਥੋਂ ਦੀ ਹੋ ਕੇ ਮਹਾਰਾਜ ਆਲਮਗੀਰ ਨੂੰ ਪਹੁੰਚੇ ਸਨ। ਆਲਮਗੀਰ ਤੋਂ ਹੋ ਕੇ ਮਹਾਰਾਜ ਲੰਮੇ ਜੱਟਪੁਰੇ ਪਹੁੰਚੇ। ਉੱਥੇ ਰਾਏ ਇਕੱਲਾ ਮਿਲਿਆ ਸੀ ਤੇ ਉਹਨੇ ਆਖਿਆ ਸੀ, ਮਹਾਰਾਜ ਸੇਵਾ ਬਖਸ਼ੋ। ਸਤਿਗੁਰਾਂ ਨੇ ਆਖਿਆ ਸੀ, ਸਾਨੂੰ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲਿਆ ਕੇ ਦੇ। ਉਸ ਵੇਲੇ ਨੂਰੇ ਮਾਹੀ ਨੂੰ ਭੇਜਿਆ, ਨੂਰਾ ਮਾਹੀ ਖਬਰ ਲੈ ਕੇ ਆਇਆ ਸੀ। ਇਹ ਸੇਵਾ ਕੀਤੀ ਸੀ ਰਾਏ ਇਕੱਲੇ ਦੇ ਪਰਿਵਾਰ ਨੇ ਔਰ ਨੂਰੇ ਮਾਹੀ ਨੇ, ਤਾਂ ਮਹਾਰਾਜ ਨੇ ਇਹਨਾਂ ਨੂੰ ਸ੍ਰੀ ਸਾਹਿਬ ਬਖਸ਼ੀ ਸੀ। ਨੂਰੇ ਨੂੰ ਮਹਾਰਾਜ ਨੇ ਆਖਿਆ ਸੀ, ਸਾਨੂੰ ਭੁੱਖ ਲੱਗੀ ਹੈ ਤੇ ਦੁੱਧ ਛਕਾ ਦੇ। ਨੂਰੇ ਨੇ ਆਖਿਆ, ਮਹਾਰਾਜ ਮੇਰੀਆਂ ਤੇ ਗਾਵਾਂ ਮਿਲਦੀਆਂ ਹੀ ਨਹੀਂ, ਔਸਰ ਨੇ, ਇਹ ਦੁੱਧ ਨਹੀਂ ਦਿੰਦੀਆਂ, ਭੱਜੀਆਂ ਹੋਈਆਂ ਦੁੱਧ ਤੋਂ। ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਪਰਮਾਤਮਾ ਚਾਹਵੇਗਾ ਤੇ ਦੁੱਧ ਦੇਣਗੀਆਂ, ਤੂੰ ਥਾਪੀ ਮਾਰ ਕੇ ਬੈਠ। ਕਹਿਣ ਲੱਗਾ, ਮਹਾਰਾਜ ਭਾਂਡਾ ਹੀ ਕੋਲ ਨਹੀਂ ਹੈ। ਫਿਰ ਮਹਾਰਾਜ ਨੇ ਆਪਣੇ ਵੱਲੋਂ ਗੰਗਾ ਸਾਗਰ ਦਿੱਤਾ ਸੀ, ਜਿਹੜਾ ਹੁਣ ਵੀ ਆਪ ਸੰਗਤਾਂ ਦਰਸ਼ਨ ਕਰਦੀਆਂ ਨੇ, ਮੁਸਲਮਾਨ ਪਰਿਵਾਰ ਲੈ ਕੇ ਆਉਂਦੇ ਤੇ ਉਹ ਦਰਸ਼ਨ ਕੀਤੇ ਹੁਣ ਵੀ ਸੰਗਤਾਂ ਨੇ। ਉਹ ਗੰਗਾ ਸਾਗਰ, ਉਹ ਭਾਂਡਾ ਮਹਾਰਾਜ ਨੇ ਦਿੱਤਾ। ਉਸ ਵੇਲੇ ਨੂਰਾ ਕਹਿਣ ਲੱਗਾ, ਮਹਾਰਾਜ ਇਹਦੇ ਵਿੱਚ ਛੇਕ ਹੀ ਬੜੇ ਨੇ, ਦੁੱਧ ਕਿਵੇਂ ਠਹਿਰੇਗਾ। ਪਾਤਸ਼ਾਹ ਕਹਿਣ ਲੱਗੇ, ਪ੍ਰਮਾਤਮਾ ਦੀ ਰਜਾ ਹੋਵੇਗੀ, ਦੁੱਧ ਉਤਰ ਵੀ ਆਵੇਗਾ ਤੇ ਠਹਿਰ ਵੀ ਜਾਏਗਾ, ਤੂੰ ਬਚਨ ਮੰਨ ਕੇ ਸੇਵਾ ਕਰ। ਬਚਨ ਮੰਨ ਕੇ ਸੇਵਾ ਕੀਤੀ ਹੈ। ਦੁੱਧ ਦਾ ਸਾਗਰ ਭਰ ਕੇ ਉਹ ਲੋਟਾ ਜਿਹੜਾ ਸੀ ਗੰਗਾ ਸਾਗਰ ਮਹਾਰਾਜ ਨੂੰ ਦਿੱਤਾ। ਸਤਿਗੁਰਾਂ ਨੇ ਦੁੱਧ ਛਕਿਆ। ਦੁੱਧ ਛਕਣ ਤੋਂ ਬਾਅਦ ਵਿੱਚ ਉਹ ਗੰਗਾ ਸਾਗਰ ਮਹਾਰਾਜ ਨੇ ਉੱਥੇ ਹੀ ਨੂਰੇ ਮਾਹੀ ਨੂੰ ਬਖਸ਼ਿਸ਼ ਕਰ ਦਿੱਤਾ। ਕਹਿਣ ਲੱਗੇ, ਲੈ ਦੀ ਸੇਵਾ ਕਰੀ
ਤੇਰੀਆਂ ਕੁੱਲਾਂ ਜਿਹੜੀਆਂ ਨੇ ਰੱਜ ਕੇ ਖਾਣਗੀਆਂ, ਕਦੇ ਗਰੀਬੀ ਤੇ ਭੁੱਖ ਦਾ ਦੁੱਖ ਨਹੀਂ ਪਰਿਵਾਰ ਵਿੱਚ ਰਵੇਗਾ। ਇਹ ਬਚਨ ਬਖਸ਼ੇ। ਅੱਜ ਵੀ ਉਹਦਾ ਪਰਿਵਾਰ ਉਸੇ ਤਰ੍ਹਾਂ ਸੇਵਾ ਕਰਦਾ ਹੈ। ਸੰਗਤ ਨੂੰ ਦਰਸ਼ਨ ਅੱਜ ਵੀ ਕਰਵਾਏ ਜਾਂਦੇ। ਐਸੀਆਂ ਕਲਾ ਮਹਾਰਾਜ ਸਾਹਿਬ ਜੀ ਵਰਤਾਉਂਦੇ। ਇੱਥੋਂ ਚੱਲ ਕੇ ਮਹਾਰਾਜ ਸਾਹਿਬ ਜੀ ਹੁਣ ਦੀਨਾ ਤੇ ਕਾਂਗੜ ਗੁਰਮੁਖੋ ਇਹ ਪਿੰਡਾਂ ਦੇ ਨਾਮ ਨੇ। ਇਸ ਵੇਲੇ ਮਹਾਰਾਜ ਇੱਥੇ ਪਹੁੰਚੇ ਨੇ। ਇੱਥੋਂ ਹੀ ਮਹਾਰਾਜ ਸਾਹਿਬ ਜੀਆਂ ਨੇ ਬਦਾਵਾ ਲਿਖਣਾ ਹੈ। ਇਹ ਮੋਗਾ ਜ਼ਿਲ੍ਹੇ ਦੇ ਅੰਦਰ ਇਹ ਪਿੰਡ ਪੈਂਦੇ ਨੇ। ਜਦੋਂ ਇਤਿਹਾਸ ਲਿਖਿਆ ਗਿਆ ਉਦੋਂ ਇਸ ਨੂੰ ਤਹਿਸੀਲ ਲਿਖਿਆ ਗਿਆ। ਮੋਗਾ ਤਹਿਸੀਲ ਅੱਜ ਉਹ ਜ਼ਿਲ੍ਹਾ ਬਣ ਚੁੱਕਿਆ। ਉਹਦੇ ਵਿੱਚ ਇਹ ਨਗਰ ਨੇ। ਉੱਥੇ ਮਹਾਰਾਜ ਇਸ ਵੇਲੇ ਵਿਚਰਦੇ ਪਏ ਹਨ। ਸੇਵੈ ਬਹੁਬਿਧ ਪ੍ਰੇਮ ਕਰ ਦਰਸੈ ਸਭ ਇਸ ਕੋਏ। ਤਰ੍ਹਾਂ ਦੀਨੇ ਦੀਆਂ ਸੰਗਤਾਂ ਜਿਹੜੀਆਂ ਨੇ ਬੜੀ ਭਾਵਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਕੇ ਸੇਵਾ ਕਰਦੀਆਂ ਹਨ। ਨਿਕਟ ਦੂਰ ਸੁਧ ਕੋ ਸੁਨੈ ਸਿੱਖ ਸੰਗਤ ਸਾਰੇ। ਜਦੋਂ ਸੰਗਤਾਂ ਨੂੰ ਪਤਾ ਲੱਗ ਗਿਆ ਨਾ ਦੂਰ ਤੱਕ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਏ ਨੇ, ਸਭ ਨੂੰ ਪਤਾ ਵੀ ਜੰਗ ਹੋਇਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਮਹਾਰਾਜ ਨੇ ਘਰ ਬਾਹਰ ਤੇ ਕਿਲੇ ਛੱਡੇ ਨੇ। ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਉਸ ਵੇਲੇ ਆ ਰਹੀਆਂ ਹਨ। ਲਿਆਏ ਅਕੋਰਨ ਜੂਰ ਕਰ ਹੀਰੈ ਮੁਦ ਧਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਭੇਟਾ, ਕੋਈ ਕੰਬਲ, ਕੋਈ ਖੇਸ, ਕੋਈ ਘੋੜਾ, ਕੋਈ ਤਲਵਾਰ, ਕੋਈ ਜੋੜਾ, ਜਿਸ ਤਰ੍ਹਾਂ ਦੀ ਕੋਈ ਸੇਵਾ ਕਰ ਸਕਦਾ ਤੇ ਕੋਈ ਮਾਇਆ ਨਾਲ ਲੈ ਕੇ ਆਇਆ। ਮਹਾਰਾਜ ਦੇ ਅੱਗੇ ਰੱਖ ਕੇ ਬੜੀ ਭਾਵਨਾ ਦੇ ਨਾਲ ਮੱਥਾ ਟੇਕਦੇ ਹਨ। ਧੰਨ ਗੁਰੂ ਕਰ ਜੰਗ ਕੋ ਲਾਖੋ ਰਿਪ ਮਾਰੇ। ਕਹਿਣ ਲੱਗੇ ਧੰਨ ਨੇ ਗੁਰੂ ਪਾਤਸ਼ਾਹ ਭਾਈ, ਤੇ ਧੰਨ ਹੀ ਇਹਨਾਂ ਦੇ ਕਰਤੱਵ ਨੇ। ਇਹਨਾਂ ਨੇ ਜੰਗ ਕਰਕੇ ਲੱਖਾਂ ਦੁਸ਼ਮਣਾਂ ਨੂੰ ਨਾਸ਼ ਕਰ ਦਿੱਤਾ ਹੈ। ਸਾਹਿਬਜ਼ਾਦੇ ਰਣ ਮਰੇ ਸੁਰ ਲੋਕ ਸਿਧਾਰੇ। ਸਾਹਿਬਜ਼ਾਦੇ ਜਿਹੜੇ ਨੇ ਉਹ ਜੰਗ ਮੈਦਾਨ ਦੇ ਵਿੱਚ ਜੰਗ ਕਰਦਿਆਂ ਸ਼ਹਾਦਤ ਪ੍ਰਾਪਤ ਕਰ ਗਏ ਤੇ ਸੱਚਖੰਡ ਦੇ ਵਾਸੀ ਬਣ ਗਏ ਹਨ। ਪੁੱਤਰ ਮੋਹ ਜਿਨਕੇ ਨਹੀਂ ਇੱਕ ਰਸ ਮਨ ਸੰਗਤਾਂ ਇਹ ਸਾਥੀ। ਗੱਲ ਆ ਕੇ ਆਖਦੀਆਂ ਸਤਿਗੁਰੂ ਕੈਸੇ ਨੇ, ਇਹਨਾਂ ਦੇ ਮਨ ਵਿੱਚ ਪੁੱਤਰ ਦਾ ਮੋਹ ਹੈ ਹੀ ਨਹੀਂ ਹੈ। ਪੁੱਤਰ ਦੋ ਮਹਾਰਾਜ ਦੇ ਕੋਲ ਸਨ ਜਦੋਂ ਮਹਾਰਾਜ ਨੇ ਚਮਕੌਰ ਸਾਹਿਬ ਨੂੰ ਛੱਡਿਆ, ਤੇ ਉਸ ਵੇਲੇ ਦੋਵਾਂ ਪੁੱਤਰਾਂ ਦੀ ਸ਼ਹਾਦਤ ਵਾਸਤੇ ਆਪ ਤੋਰਿਆ ਮਹਾਰਾਜ ਨੇ। ਪੁੱਤਰਾਂ ਨੇ ਆਗਿਆ ਮੰਗੀ, ਪਾਤਸ਼ਾਹ ਆਗਿਆ ਹੋਵੇ ਤੇ ਜੰਗ ਵਿੱਚ ਜਾਈਏ। ਮਹਾਰਾਜ ਨੇ ਆਖਿਆ ਜਾਓ ਭਾਈ, ਤਗੜੇ ਹੋ ਕੇ, ਸੂਰਮਿਆਂ ਦਾ ਕੰਮ ਹੈ ਜੰਗ ਕਰਨਾ, ਸ਼ਹਾਦਤ ਪਾਉਣੀ। ਜੇ ਮਹਾਰਾਜ ਜੀ 3 ਸਿੰਘ ਆਪਣੇ ਨਾਲ ਕੱਢ ਕੇ ਲਿਜਾ ਸਕਦੇ ਤੇ ਆਪਣੇ 2 ਸਾਹਿਬਜ਼ਾਦੇ ਵੀ ਕੱਢ ਕੇ ਲੈ ਕੇ ਜਾ ਸਕਦੇ ਮਹਾਰਾਜ, ਪਰ ਨਹੀਂ। ਮਹਾਰਾਜ ਸਾਹਿਬ ਜੀ ਇਹਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੋਹ ਨਹੀਂ ਹੈ। ਸਗੋਂ ਬਚਨ ਆਖਿਆ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ। ਮੇਰਾ ਸਤਿਗੁਰੂ ਐਸੇ ਨੇ, ਪੁੱਤਰਾਂ ਦਾ ਕੋਈ ਮੋਹ ਨਹੀਂ ਹੈ। ਦੁਨੀਆ ਵਿੱਚ ਪੈਗੰਬਰ ਹੋਏ ਨੇ ਜਿਨ੍ਹਾਂ ਨੂੰ ਪੁੱਤਰ ਦੀ ਬਲੀ ਦੇਣੀ ਪੈ ਗਈ, ਅੱਖਾਂ ਬੰਦ ਕਰ ਲਈਆਂ, ਪੁੱਤਰ ਨੂੰ ਕਿਵੇਂ ਮਾਰ ਦਈਏ, ਕਿਵੇਂ ਬਲੀ ਦੇ ਦਈਏ। ਅੱਖਾਂ ਤੇ ਕਦੇ ਪੱਟੀ ਬੰਨ੍ਹਦੇ, ਕਦੇ ਕੁਝ ਕਰਦੇ, ਪਰ ਪੁੱਤਰ ਦੀ ਬਲੀ ਨਹੀਂ ਦੇ ਸਕੇ। ਜਦੋਂ ਵੇਖਿਆ ਸ਼ਾਗਿਰਦਾਂ ਨੇ ਵੀ ਸਾਡਾ ਇਹ ਪੈਗੰਬਰ ਤੇ ਹਾਰਦਾ ਪਿਆ, ਬਚਨ ਆਪਣਾ ਪੁੱਤਰ ਦੀ ਬਲੀ ਹੋ ਨਹੀਂ ਰਹੀ ਹੈ, ਲਿਆ ਕੇ ਬੱਕਰੀ ਅੱਗੇ ਖੜੀ ਕਰ ਦਿੱਤੀ, ਉਹਦੀ ਧੌਣ ਵੱਢ ਕੇ ਤੇ ਉਹਦੀ ਬਲੀ ਦੇ ਦਿੱਤੀ। ਈਦ ਤੋਂ ਬਾਅਦ ਵਿੱਚ ਬਕਰੀਦ ਮਨਾਈ ਜਾਂਦੀ ਨਾ। ਐਸੇ ਇਤਿਹਾਸ ਬਣੇ ਦੁਨੀਆ ਦੇ ਲੋਕਾਂ ਦੇ, ਪੈਗੰਬਰਾਂ ਦੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਗੁਰੂ ਨੇ, ਤਾਂ ਹੀ ਆਖਿਆ ਨਾ ਸੇਵਕ ਆਖਦਾ ਦਸਮੇਸ਼ ਪਿਤਾ, ਜਿਹੜਾ ਵਾਰ ਕੇ ਨਹੀਂ ਪਰਿਵਾਰ ਰੋਇਆ। ਇਹ 10ਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਵਾਰਿਆ, ਪਰ ਕਿਸੇ ਤਰ੍ਹਾਂ ਦਾ ਕੋਈ ਅਫਸੋਸ ਨਹੀਂ ਹੈ। ਸੰਗਤਾਂ ਇਹ ਗੱਲ ਕਹਿੰਦੀਆਂ, ਕਹਿੰਦੇ ਮਹਾਨ ਨੇ ਸਤਿਗੁਰੂ ਪਾਤਸ਼ਾਹ ਜੀ, ਜਿਨ੍ਹਾਂ ਦੇ ਮਨ ਵਿੱਚ ਪੁੱਤਰਾਂ ਦਾ ਮੋਹ ਨਹੀਂ। ਹੱਥੀਂ ਜੰਗ ਨੂੰ ਪਾਤਸ਼ਾਹ ਤੋਰਦੇ ਹਨ। ਬੜੇ ਬਹਾਦਰ ਅਤਿਰਥੀ ਛਤਰ ਬਲ ਘਾਤੀ। ਸਤਿਗੁਰੂ ਪਾਤਸ਼ਾਹ ਜੀ ਬੜੇ ਵੱਡੇ ਬਲ ਵਾਲੇ ਨੇ, ਇਹਨਾਂ ਵਰਗਾ ਬਲ ਕਿਸੇ ਦੇ ਵਿੱਚ ਨਹੀਂ ਹੈ। ਇਹ ਅਤਿਰਥੀ ਸੂਰਮੇ ਨੇ। ਗੁਰਮੁਖੋ ਅਤਿਰਥੀ ਸੂਰਮਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਅੱਗੇ ਦੁਸ਼ਮਣ ਦੀ ਗਿਣਤੀ ਨਾ ਕਰੇ, ਵੀ ਦੁਸ਼ਮਣ ਹੈ ਕਿੰਨਾ, ਕਿੰਨੇ ਲੋਕ ਨੇ ਲੜਨ ਵਾਲੇ, ਕਿੰਨੇ ਲੋਕ ਨੇ ਆਉਣ ਵਾਲੇ, ਜਿਹੜਾ ਗਿਣਤੀ ਨਾ ਕਰੇ ਉਹਨੂੰ ਕਿਹਾ ਜਾਂਦਾ ਅਤਿਰਥੀ ਸੂਰਮਾ। ਸੋ ਬਚਨ ਆ ਗਿਆ, ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਐਸੇ ਅਤਿਰਥੀ ਸੂਰਮੇ ਨੇ ਜਿਹੜੇ ਦੁਸ਼ਮਣ ਦੀ ਗਿਣਤੀ ਤੱਕ ਨਹੀਂ ਕਰਦੇ ਵੀ ਦੁਸ਼ਮਣ ਕਿੰਨਾ ਕੁ ਚੜ ਕੇ ਆ ਗਿਆ। ਐਸੇ ਵੱਡੇ ਜੰਗ ਮਹਾਰਾਜ ਕਰਨ ਵਾਲੇ ਹਨ। ਵਸਤਰੂ ਪਾਇਨ ਆਨ ਤੇ ਬਹੁ ਦਰਬ ਚੜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਕੋਈ ਵਸਤਰ ਲਿਆ ਕੇ ਭੇਟ ਕਰਦਾ, ਕੋਈ ਭੇਟਾ ਰੱਖਦਾ ਮਾਇਆ ਦੀ, ਕੁਝ ਹੋਰ ਚੜਾਵਾ ਜਿਵੇਂ ਵੀ ਕੋਈ ਚੜਾ ਸਕਦਾ ਸੇਵਾ ਕਰਦੇ ਹਨ। ਹੈ ਲਘੂ ਦੀਰਘ ਜੀਨ ਜਿਤ ਗੁਰ ਕੋ ਅਰ ਪਾਵੇ। ਇਹਦੇ ਵਾਸਤੇ ਘੋੜੇ ਆਉਂਦੇ, ਕੋਈ ਘੋੜਾ ਲੈ ਕੇ ਸਿੱਖ ਆ ਗਿਆ ਵੀ ਚਲੋ ਪਾਤਸ਼ਾਹ ਨੂੰ ਘੋੜਾ ਭੇਟ ਕਰੀਏ, ਕੋਈ ਘੋੜੇ ਦੀ ਕਾਠੀ ਲੈ ਕੇ ਆ ਗਿਆ ਵੀ ਚਲੋ ਮੈਂ ਕਾਠੀ ਦੀ ਸੇਵਾ ਕਰਦੇ ਆ। ਕੋਈ ਘੋੜੇ, ਕੋਈ ਕਾਠੀਆਂ, ਕੋਈ ਵਸਤੂਆਂ ਲਿਆ ਕੇ ਭੇਟ ਕਰਦੇ ਹਨ। ਚਾਕਰ ਰਾਖੇ ਕਿਤਕ ਤਹਿ ਗੁਰ ਚੜ੍ਹੈ ਅਖੇਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੋਂ ਫਿਰ ਸ਼ਿਕਾਰ ਕਰਨ ਵੀ ਜਾਂਦੇ।
ਜਦੋਂ ਮੌਜ ਕਰਦੀ ਨਾ, ਮੌਜ ਹੁੰਦੀ ਮਹਾਰਾਜ ਦੀ, ਪਾਤਸ਼ਾਹ ਬੈ ਘੋੜੇ ਤੇ ਸਵਾਰ ਹੋ ਕੇ ਫਿਰ ਚਲੇ ਜਾਂਦੇ ਸ਼ਿਕਾਰ ਕਰਨ ਵਾਸਤੇ। ਇਸ ਤਰ੍ਹਾਂ ਮੌਜ ਨਾਲ ਸ਼ਿਕਾਰ ਕਰਦੇ ਹਨ। ਦੇਸ਼ ਵਿਦੇਸ਼ਨ ਸੁਨਤ ਭੈ, ਸੁਨ ਸੁਨ ਤਿਸ ਦੇਸ਼ ਬੇਰੇ। ਵਿਦੇਸ਼ ਦੇ ਅੰਦਰ ਸੰਗਤਾਂ ਨੂੰ ਪਤਾ ਲੱਗਦਾ, ਮਾਲਵੇ ਦੇ ਵਿੱਚ ਵਿਚਰਦੇ ਪਏ ਨਾ ਇਸ ਵੇਲੇ ਪਾਤਸ਼ਾਹ ਜੀ। ਜਦੋਂ ਮਾਲਵੇ ਦੀ ਸੰਗਤ ਨੂੰ ਪਤਾ ਲੱਗਦਾ ਵੀ ਮਹਾਰਾਜ ਆਏ ਨੇ, ਦੁਨੀਆ ਚੱਲ ਚੱਲ ਕੇ ਆਉਂਦੀ ਹੈ, ਸੰਗਤਾਂ ਨਗਰਾਂ ਦੀਆਂ ਪਾਤਸ਼ਾਹ ਦੇ ਦਰਸ਼ਨ ਕਰਦੇ ਆ ਕੇ ਮੱਥਾ ਟੇਕਦੇ ਹਨ। ਸ਼ਰਧਾਲੂ ਉਰ ਭਾਉ ਜੁਤ ਦਰਸ਼ਨ ਗਨ ਸੁਨਤ ਗਨ ਸੋ ਆਈ। ਜਿਹੜੇ ਸ਼ਰਧਾਲੂ ਨੇ ਨਾ ਗੁਰਮੁਖੋ, ਹੁਣ ਸਾਰੇ ਨਗਰਾਂ ਵਿੱਚ ਸਾਰੇ ਪਿਆਰ ਕਰਨ ਵਾਲੇ ਨੇ, ਵਿਰੋਧੀ ਵੀ ਹੋਣਗੇ, ਪਰ ਜਿਹੜੇ ਸ਼ਰਧਾਲੂ ਨੇ ਦੂਰੋਂ ਨਗਰਾਂ ਤੋਂ ਵੀ ਚੱਲ ਕੇ ਆ ਗਏ ਮਹਾਰਾਜ ਦਾ ਦਿਦਾਰਾ ਕਰੀਏ। ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ਰਧਾਲੂ ਸੰਗਤਾਂ ਜਿਹੜੀਆਂ ਪ੍ਰੇਮ ਰੱਖ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਬੜੀ ਭੀੜ ਹੋਵਨ ਲੱਗੀ ਲਾਹਾ ਵੱਡ ਪਾਈ। ਬੜੀਆਂ ਭੀੜਾਂ ਸ਼ੁਰੂ ਹੋ ਗਈਆਂ, ਬੇਅੰਤ ਸੰਗਤਾਂ ਆਉਂਦੀਆਂ ਪਈਆਂ ਚੱਲ ਕੇ, ਬੜਾ ਭਾਰੀ ਲਾਭ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨਾਂ ਦਾ ਪ੍ਰਾਪਤ ਕਰਦੇ ਹਨ। ਰੂਪਾ ਸੁਤ ਸੁਧੂ ਪਿਤਾ ਦਵੈ ਸਿੱਖ ਤਿਖਾਨਾ। ਦੇਖੋ ਇੱਕ ਇਤਿਹਾਸ ਵਿੱਚ ਬਚਨ ਆਉਂਦਾ ਵੀ ਭਾਈ ਰੂਪਾ ਨਾਮ ਦਾ ਸਿੱਖ ਸੀ ਮਾਲਵੇ ਦੇ ਵਿੱਚ। ਇਹਦੇ ਪਿਤਾ ਜੀ ਦਾ ਨਾਮ ਸੀ ਭਾਈ ਸੱਧੂ ਜੀ। ਇਹ ਦੋਨੇ ਤਰਖਾਣ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ। ਇਹਨਾਂ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ, ਮਹਾਰਾਜ ਦੀ ਸੇਵਾ ਵੀ ਕੀਤੀ, ਦਰਸ਼ਨ ਵੀ ਕੀਤੇ, ਬੜੀ ਭਾਵਨਾ ਬਣੀ। ਇੱਕ ਦਿਨ ਕੀ ਹੋਇਆ ਗੁਰਮੁਖੋ, ਇਹਨਾਂ ਨੇ ਨਾ ਦੋਨਾਂ ਪਿਓ ਪੁੱਤਰਾਂ ਨੇ ਘੜਾ ਪਾਣੀ ਦਾ ਚੁੱਕਿਆ ਤੇ ਬਾਹਰ ਖੇਤੀ ਕਰਨ ਵਾਸਤੇ ਆਪਣੀ ਜ਼ਮੀਨ ਵਿੱਚ ਚਲੇ ਗਏ। ਕਿਸੇ ਰੁੱਖ ਦੀ ਛਾਵੇਂ ਜਾ ਕੇ ਨਾ ਘੜਾ ਰੱਖ ਦਿੱਤਾ ਪਾਣੀ ਦਾ ਤੇ ਆਪ ਖੇਤੀ ਦਾ ਕੰਮ ਕਰਨ ਲੱਗ ਪਏ। ਇਤਿਹਾਸ ਵਿੱਚ ਬਚਨ ਆਉਂਦਾ ਵੀ ਖੇਤੀ ਕਰਦਿਆਂ ਕਰਦਿਆਂ ਜਦੋਂ ਪਿਆਸ ਲੱਗੀ ਨਾ, ਦੁਪਹਿਰ ਕੂ ਦਾ ਸਮਾਂ ਹੋਇਆ, ਤੇ ਉਸ ਵੇਲੇ ਦੋਨੇ ਪਿਓ ਪੁੱਤਰਾਂ ਨੇ ਸੋਚਿਆ ਵੀ ਪਾਣੀ ਪੀ ਲਈਏ, ਵੀ ਕਾਫੀ ਸਮਾਂ ਹੋ ਗਿਆ ਕੰਮ ਕਰਦਿਆਂ, ਹੁਣ ਪਾਣੀ ਪੀ ਲੈਣਾ ਚਾਹੀਦਾ। ਜਦੋਂ ਭਾਈ ਰੂਪਾ ਜੀ ਨੇ ਆ ਕੇ ਉਹ ਪਾਣੀ ਦੇ ਘੜੇ ਤੋਂ ਆ ਕੇ ਕੱਪੜਾ ਜਿਹੜਾ ਵਲੇਟਿਆ ਸੀ ਨਾ, ਗਿੱਲਾ ਕਰਕੇ ਉਤਾਰਿਆ ਤੇ ਘੜੇ ਨੂੰ ਹੱਥ ਲਾਇਆ ਤੇ ਪਾਣੀ ਬੜਾ ਠੰਡਾ। ਤੇ ਭਾਈ ਰੂਪਾ ਜੀ ਕਹਿਣ ਲੱਗੇ, ਕਹਿੰਦੇ ਪਿਤਾ ਜੀ ਪਾਣੀ ਤੇ ਬੜਾ ਠੰਡਾ ਹੈ, ਬੜਾ ਆਨੰਦ ਦੇਣ ਵਾਲਾ ਸਵਾਦ ਵਾਲਾ ਪਾਣੀ ਹੈ। ਇਹ ਪਾਣੀ ਸਾਡੇ ਨਹੀਂ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪੀਣ ਵਾਲਾ ਹੈ। ਜੇ ਸਤਿਗੁਰੂ ਕਿਰਪਾ ਕਰਨ ਤੇ ਇਹ ਸਾਡਾ ਪਾਣੀ ਜੇ ਮਹਾਰਾਜ ਪੀਣ ਤੇ ਤਾਂ ਗੱਲ ਬਣਦੀ ਹੈ। ਦੋਨੇ ਪਿਓ ਪੁੱਤਰ ਵਿਚਾਰ ਕਰਕੇ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਮਹਾਰਾਜ ਦੇ ਪੀਣ ਵਾਲਾ ਸਤਿਗੁਰੂ ਪੀ ਲੈਣਗੇ ਆ ਕੇ। ਦੋਨੇ ਜਾਣੇ ਕੋ ਬੈਠ ਗਿਆ ਘੜੇ ਦੇ ਕੋਲ, ਸਤਿਗੁਰਾਂ ਦਾ ਜਾਪ ਕਰਨ ਲੱਗ ਪਿਆ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਦੇ ਪਏ। ਹੁਣ ਪਿਆਸ ਲੱਗੀ ਹੈ, ਦੁਪਹਿਰ ਦਾ ਸਮਾਂ, ਸਰੀਰ ਥੱਕੇ ਹੋਏ, ਉਡੀਕਦਿਆਂ ਉਡੀਕਦਿਆਂ ਐਸਾ ਸਮਾਂ ਬਣਿਆ ਵੀ ਸਰੀਰ ਦੀ ਸੁੱਧ ਭੁੱਲ ਗਈ। ਦੋਨੇ ਜਾਣੇ ਉੱਥੇ ਡਿੱਗ ਪਏ, ਆਪਣੇ ਖਾਲ ਦੇ ਵਿੱਚ ਮਿੱਟੀ ਦੇ ਉੱਪਰ, ਧਰਤੀ ਦੇ ਉੱਪਰ ਲੰਮੇ ਪੈ ਗਏ, ਪਰ ਜਲ ਤੱਕ ਛਕਿਆ ਨਹੀਂ, ਮਹਾਰਾਜ ਦਾ ਇੰਤਜ਼ਾਰ ਕਰਦੇ ਪਏ। ਇੱਧਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਪਲੰਘੇ ਦੇ ਉੱਪਰ ਪੌਡੇ ਹੋਏ ਸਨ ਆਰਾਮ ਕਰਨ ਵਾਸਤੇ। ਜਦੋਂ ਮਹਾਰਾਜ ਨੇ ਐਸੀ ਸਿੱਖਾਂ ਦੀ ਬੇਬਲਤਾ ਵੇਖੀ ਨਾ, ਪਿਆਰ ਵੇਖਿਆ, ਸਿੱਖਾਂ ਨੂੰ ਕਹਿਣ ਲੱਗੇ ਵੀ ਭਾਈ ਛੇਤੀ ਕਰੋ, ਅਸੀਂ ਜਾਣਾ ਚਾਹੁੰਦੇ ਹਾਂ। ਮਹਾਰਾਜ ਨੇ ਉਸੇ ਵੇਲੇ ਘੋੜੇ ਤੇ ਬੈਠੇ ਤੇ ਪਾਤਸ਼ਾਹ ਚੱਲ ਪਏ। ਭਾਈ ਬਿਧੀ ਚੰਦ ਸਾਹਿਬ ਕਹਿਣ ਲੱਗੇ ਮਹਾਰਾਜ ਗਰਮੀ ਵੇਖੋ, ਬਾੜ ਬੜੀ ਹੈ, ਬੜੇ ਮਹੀਨਾ ਗਰਮੀ ਦਾ, ਦੁਪਹਿਰਾ ਸਿਖਰ ਦੁਪਹਿਰਾ ਲੱਗਾ, ਆਪ ਇੰਨੀ ਦੁਪਹਿਰ ਧੁੱਪੇ ਹੀ ਚੱਲੇ। ਪਾਤਸ਼ਾਹ ਆਰਾਮ ਕਰਦੇ, ਸ਼ਾਮ ਨੂੰ ਚੱਲ ਪੈਂਦੇ, ਜਾਂ ਛਤਰ ਲੈ ਕੇ ਆਈਏ ਤੁਹਾਡੀ ਸੇਵਾ ਵਾਸਤੇ, ਧੁੱਪ ਨਾ ਆਵੇ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਅੱਜ ਸਾਨੂੰ ਕੋਈ ਸਿੱਖ ਐਸੀ ਪ੍ਰੇਮ ਦੀ ਭਾਵਨਾ ਦੇ ਨਾਲ ਖਿੱਚਦਾ ਪਿਆ, ਅੱਜ ਨਾ ਕੋਈ ਛਤਰ ਦੀ ਲੋੜ ਹੈ, ਨਾ ਅੱਜ ਕੋਈ ਧੁੱਪ ਚੁੱਭਦੀ ਪਈ ਹੈ, ਨਾ ਕੋਈ ਅੱਜ ਗਰਮੀ ਲੱਗਦੀ ਪਈ ਹੈ। ਬਚਨ ਮਹਾਰਾਜ ਜੀ ਦਾ ਜਿਨ ਪ੍ਰੇਮ ਕੀਓ। ਹੁਣ ਭਾਵਨਾ ਇਹ ਹੈ ਨਾ, ਸਭ ਕੋ ਤੇਰਾ ਵਸ ਅਗਮਾ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਛੇਤੀ ਨਾਲ ਘੋੜੇ ਤੇ ਚੜ੍ਹੇ, ਆਪਣੇ ਘੋੜੇ ਨੂੰ ਅੱਡੀ ਲਾਈ। ਮਹਾਰਾਜ ਸਾਹਿਬ ਜੀ ਛੇਤੀ ਨਾਲ ਸਫ਼ਰ ਕਰਕੇ, ਵਿਦਵਾਨਾਂ ਨੇ 30-35 ਕਿਲੋਮੀਟਰ ਦਾ ਇਹ ਸਫ਼ਰ ਲਿਖਿਆ ਵੀ ਇੰਨੀ ਦੂਰ ਮਹਾਰਾਜ ਸਾਹਿਬ ਜੀ ਚੱਲ ਕੇ ਜਦੋਂ ਆਏ ਨਾ, ਤੇ ਪਾਤਸ਼ਾਹ ਨੇ ਫਿਰ ਆਵਾਜ਼ਾਂ ਦਿੱਤਾ, ਕਹਿਣ ਲੱਗੇ ਹੈ ਭਾਈ ਕੋਈ ਸਿੱਖ ਜਿਹੜਾ ਸਾਨੂੰ ਜਲ ਛਕਾਵੇ, ਸਾਨੂੰ ਪਿਆਸ ਲੱਗੀ ਹੈ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਵਾਜ਼ਾਂ ਸੁਣਿਆ ਨਾ ਬਚਨ, ਤੇ ਉਸ ਵੇਲੇ ਭਾਈ ਰੂਪਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ। ਜਦੋਂ ਅੱਖਾਂ ਖੋਲੀਆਂ ਤੇ ਕੀ ਵੇਖਦੇ, ਸਾਹਮਣੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਬੈਠੇ ਹੋਏ ਜਲ ਮੰਗਦੇ ਪਏ। ਸੋ ਉਸੇ ਵੇਲੇ ਬੜੀ ਭਾਵਨਾ ਦੇ ਨਾਲ ਫਿਰ ਉਹ ਜਲ ਦਾ ਘੜਾ ਲਿਆ, ਮਹਾਰਾਜ ਸਾਹਿਬ ਜੀਆਂ ਨੂੰ ਜਲ ਛਕਾਇਆ। ਜਿਹੜੀ ਤਮੰਨਾ ਸੀ ਨਾ, ਇੱਛਾ ਮੰਨਦੀ ਵੀ ਇਹ ਠੰਡਾ ਜਲ ਮਹਾਰਾਜ ਹੀ ਛਕਣ ਤੇ ਤਾਂ ਆਨੰਦ ਬਣਦਾ ਹੈ, ਉਹ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਦੀ ਇੱਛਾ ਜਿਹੜੀ ਪੂਰੀ ਕੀਤੀ, ਜਲ ਛਕਿਆ। ਤੇ ਫਿਰ ਮਹਾਰਾਜ ਕਹਿਣ ਲੱਗੇ ਭਾਈ ਹੁਣ ਤੁਸੀਂ ਵੀ ਜਲ ਛਕੋ। ਉਹ ਫਿਰ ਜਲ ਇਹਨਾਂ ਪਿਓ ਪੁੱਤਰਾਂ ਨੇ ਵੀ ਛਕਿਆ। ਐਸੀ ਭਾਵਨਾ ਦੇ ਨਾਲ ਭਾਈ ਰੂਪਾ ਜੀ ਤੇ ਭਾਈ ਰੂਪਾ ਜੀ ਦੇ ਪਿਤਾ ਭਾਈ ਸੁੱਧਾ ਜੀ, ਉਹਨਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ। ਇਹਨਾਂ ਨੇ ਸੇਵਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਆਂ।
ਅੱਜ ਵੀ ਇਹਨਾਂ ਦੀ ਸਤਿ ਸ੍ਰੀ ਅਕਾਲ। ਅੱਜ ਵੀ ਇਹਨਾਂ ਦੀ ਕੁੱਲ ਜਿਹੜਾ ਹੀ ਖਾਨਦਾਨ ਹੈ ਭਾਈ ਰੂਪਾ ਜੀ ਦਾ ਚੱਲਦਾ ਹੈ। ਮਹਾਰਾਜ ਜੀ ਦਾ ਵਰ ਇਹਨਾਂ ਨੂੰ ਇਹ ਮਿਲਿਆ ਹੋਇਆ ਹੈ ਕਿ ਜੇ ਤੁਸੀਂ ਰੁੱਖ ਦੀ ਗਿੱਲੀ ਲੱਕੜ ਵੀ ਵੱਢ ਕੇ, ਹਰਿਆ ਭਰਿਆ ਰੁੱਖ ਤੇ ਉਹਦੀ ਲੱਕੜ ਵੱਢ ਕੇ ਵੀ ਜੇ ਲੋਹ ਦੇ ਵਿੱਚ ਲਾ ਦਿਓਗੇ ਨਾ ਚੁੱਲ੍ਹੇ ਦੇ ਵਿੱਚ, ਤੇ ਉਹ ਵੀ ਅੱਗ ਦੇ ਵਿੱਚ ਬਲਣ ਲੱਗ ਪਵੇਗੀ। ਅੱਜ ਵੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਜੇ ਇਸ ਤਰ੍ਹਾਂ ਕਰਨਾ ਚਾਹੁਣ ਤੇ ਗਿੱਲੀ ਟਾਹਣੀ ਵੱਢ ਕੇ ਉਹ ਅੱਗ ਦੇ ਵਿੱਚ ਰੱਖ ਦਿੰਦੇ, ਉਹਨੂੰ ਵੀ ਅੱਗ ਲੱਗ ਜਾਂਦੀ ਹੈ। ਐਸੇ ਵਰ ਮਹਾਰਾਜ ਦੇ ਸੇਵਾ ਕਰਕੇ ਇਹਨਾਂ ਨੇ ਪ੍ਰਾਪਤ ਕੀਤੇ। ਇਹ ਉਹ ਨੇ ਭਾਈ ਰੂਪਾ ਜੀ। ਕਹਿਣ ਲੱਗੇ ਵੀ ਇਹ ਤਰਖਾਣ ਸਨ ਭਾਈ ਰੂਪਾ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਿੱਖ ਸਨ। ਇਹਨਾਂ ਦੀ ਤਮੰਨਾ ਇੱਛਾ ਇਹ ਸੀ ਵੀ ਮਹਾਰਾਜ ਸਾਡਾ ਇਹ ਜਲ ਛਕ ਲੈਣ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ। ਅੱਜ ਵੀ ਉਹ ਨਗਰ ਜਿਹੜਾ ਹੈ ਰੂਪਾ ਭਾਈ ਕਾ ਆਪ ਸੰਗਤਾਂ ਦਰਸ਼ਨ ਕਰਦੇ, ਉੱਥੇ ਰੱਥ ਵੀ ਖੜਿਆ ਹੋਇਆ ਹੈ। ਕਈ ਨਿਸ਼ਾਨੀਆਂ ਮਹਾਰਾਜ ਸਾਹਿਬ ਜੀ ਦੀਆਂ ਉੱਥੇ ਅੱਜ ਵੀ ਦਰਸ਼ਨ ਕਰਨ ਵਾਸਤੇ ਮਿਲ ਜਾਂਦੀਆਂ। ਐਸੀ ਮਹਾਰਾਜ ਕਿਰਪਾ ਕਰਦੇ ਹਨ। ਜਿਨ ਖਸ਼ਟਮ ਪਾਤਸ਼ਾਹ ਕੋ ਰਿਝਾਮਨ ਠਾਨਾ। ਛੇਵੇਂ ਪਾਤਸ਼ਾਹ ਨੂੰ ਖੁਸ਼ ਕੀਤਾ ਸੀ ਭਾਈ ਰੂਪਾ ਜੀ ਤੇ ਉਹਨਾਂ ਦੇ ਪਿਤਾ ਜੀ ਨੇ ਐਸੀ ਸੇਵਾ ਕਰਕੇ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਇੰਨੀ ਸੇਵਾ ਤੋਂ ਵੇਖ ਕੇ ਬੜੇ ਖੁਸ਼ ਹੋਏ ਸਨ। ਜੇਠ ਦੁਪਹਿਰੇ ਤਪਤ ਅਤ ਜਲ ਸੀਤਲ ਜਾਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੂਰੇ ਗਰਮੀ ਦੇ ਦਿਨ ਸਨ ਉਹਨਾਂ ਸਮਿਆਂ ਦੇ ਵਿੱਚ। ਸੋ ਕਹਿਣ ਲੱਗੇ ਵੀ ਸਤਿਗੁਰੂ ਜਿਸ ਵੇਲੇ ਗਏ ਨਾ, ਜੇਠ ਦਾ ਮਹੀਨਾ ਸੀ। ਜੇਠ ਦਾ ਮਹੀਨਾ ਸਭ ਤੋਂ ਗਰਮ ਮੰਨਿਆ ਜਾਂਦਾ ਹੈ। ਹਾੜ ਤੇ ਜੇਠ ਦੇ ਮਹੀਨੇ ਦੀ ਗਰਮੀ ਵੱਧ ਮੰਨੀ ਜਾਂਦੀ ਹੈ। ਕਹਿਣ ਲੱਗੇ ਵੀ ਇਸ ਮਹੀਨੇ ਦੇ ਵਿੱਚ ਪੂਰਾ ਦੁਪਹਿਰਾ ਸੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਇਹਨਾਂ ਨੇ ਯਾਦ ਕੀਤਾ ਨਾ ਵੀ ਪਾਤਸ਼ਾਹ ਸਾਡੇ ਘਰ ਜਲ ਛਕਣ ਆ ਕੇ ਸਾਡੇ ਖੇਤਾਂ ਦੇ ਵਿੱਚ। ਜਦੋਂ ਮਹਾਰਾਜ ਇਹਨਾਂ ਕੋਲ ਗਏ ਸਨ, ਉਹ ਜੇਠ ਦਾ ਮਹੀਨਾ ਅਤ ਗਰਮੀ ਦਾ ਤੇ ਪੂਰਾ ਦੁਪਹਿਰ ਦਾ ਸਮਾਂ, ਸਿਖਰ ਦੁਪਹਿਰਾ। ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਇਹ ਭਾਈ ਰੂਪਾ ਜੀ ਦਾ ਜਲ ਛਕਣ ਵਾਸਤੇ ਇਹਦੇ ਖੇਤਾਂ ਵਿੱਚ ਪਾਤਸ਼ਾਹ ਪਹੁੰਚ ਗਏ ਸਨ। 30 ਕੋਸ ਤਬ ਗੁਰੂ ਤੇ ਆਵਾਹਨ ਠਾਨੇ। ਜਿੱਥੇ ਭਾਈ ਰੂਪਾ ਜੀ ਬੈਠੇ ਸਨ ਆਪਣੇ ਖੇਤਾਂ ਦੇ ਵਿੱਚ, ਤੇ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਨ, 30 ਕੋਹ ਦਾ ਫਾਸਲਾ ਦੱਸਿਆ ਜਾਂਦਾ ਵੀ ਇੰਨੀ ਦੂਰ ਸਨ ਮਹਾਰਾਜ ਜੀ ਇਹਨਾਂ ਦੇ ਇਸ ਖੇਤਾਂ ਤੋਂ, 30 ਕੋਹ ਦੀ ਦੂਰੀ ਤੇ। ਪਰ ਇਹਨਾਂ ਸਿੱਖਾਂ ਨੇ ਆਪਣੇ ਖੇਤਾਂ ਵਿੱਚ ਹੀ ਬੈਠਿਆਂ ਮਹਾਰਾਜ ਨੂੰ ਯਾਦ ਕੀਤਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਜਲ ਸਾਡਾ ਤੁਸੀਂ ਛਕੋ ਤੇ ਸਾਡੀ ਸੇਵਾ ਸਫਲੀ ਹੋਵੇ। ਮਹਾਰਾਜ ਜੀ ਦਾ ਬਚਨ ਹੈ, ਜਹ ਜਹ ਸਿੱਖ ਰਾਧੇ ਤਹ ਤਹ ਪ੍ਰਗਟਾਇਆ। ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਸਤਿਗੁਰੂ ਉੱਥੇ ਹੀ ਪ੍ਰਗਟ ਹੋ ਕੇ ਉਹਨਾਂ ਸਿੱਖਾਂ ਦੀਆਂ ਭਾਵਨਾਵਾਂ ਮਹਾਰਾਜ ਪੂਰੀਆਂ ਕਰ ਦਿੰਦੇ। ਐਸਾ ਬਚਨ ਮਹਾਰਾਜ ਜੀਆਂ ਨੇ ਫਿਰ ਜਦੋਂ ਯਾਦ ਕੀਤਾ ਨਾ, ਮਹਾਰਾਜ ਫਿਰ ਪਹੁੰਚੇ ਹਨ। ਸੁੰਦਰ ਘਰ ਸੀਤਲ ਬਿਖੈ ਥਿਰਹੁਤੇ ਪ੍ਰਿਯੰਕਾ। ਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਪਲੰਘੇ ਤੇ ਭਾਈ ਕੀ ਡਰੌਲੀ ਨਗਰ ਗੁਰਮੁਖੋ ਮਹਾਰਾਜ ਸਾਹਿਬ ਜੀਆਂ ਦੇ ਸਾਈਂ ਦਾ ਸਾਂਢੂ ਲੱਗਦੇ ਸਨ। ਮਹਾਰਾਜ ਸਾਹਿਬ ਜੀਆਂ ਦੀ ਸੋ ਇੱਥੇ ਰਿਸ਼ਤੇਦਾਰੀ ਸੀ ਇਸ ਨਗਰ ਦੇ ਵਿੱਚ। ਇੱਥੇ ਮਹਾਰਾਜ ਟਿਕੇ ਹੋਏ, ਸਿੱਖ ਪੱਖਾ ਝੱਲਦੇ ਪਏ, ਮਹਾਰਾਜ ਦੀ ਸੇਵਾ ਕਰਦੇ ਪਏ। ਪਰ ਜਿਸ ਵੇਲੇ ਮਹਾਰਾਜ ਜੀ ਸੋਹਣੇ ਘਰ ਦੇ ਵਿੱਚ, ਠੰਡੇ ਘਰ ਦੇ ਅੰਦਰ ਭਾਈ ਸਾਈਂ ਦਾਸ ਜੀ ਜਿਹੜੇ ਸਨ, ਉਹਨਾਂ ਨੇ ਪਾਣੀ ਛਿੜਕ ਕੇ ਨਾ ਘਰ ਦੇ ਵਿੱਚ ਕਮਰਾ ਠੰਡਾ ਕਰ ਦੇਣਾ, ਪੱਖਾ ਲੈ ਕੇ ਮਹਾਰਾਜ ਨੂੰ ਝੱਲਦੇ ਰਹਿਣਾ, ਗਰਮੀ ਨਾ ਲੱਗੇ। ਐਸੀ ਭਾਵਨਾ ਦੇ ਨਾਲ ਇਹ ਸੇਵਾ ਕੀਤੀ ਹੈ। ਇਹ ਨਹੀਂ ਜਾਣਿਆ ਵੀ ਅਸੀਂ ਰਿਸ਼ਤੇਦਾਰ ਹਾਂ, ਅਸੀਂ ਸਾਂਢੂ ਹਾਂ, ਮੈਂ ਕਿਉਂ ਨੀਵਾਂ ਹੋਵਾਂ। ਸਿਆਣਿਆਂ ਦਾ ਕਥਨ ਹੈ, ਸਾਂਢੂਆਂ ਦਾ ਮੇਲ ਤੇ ਝੂਟਿਆਂ ਦਾ ਮਿਲਾਪ ਹੁੰਦਾ, ਭੇੜ ਹੀ ਪੈਂਦਾ ਹਰ ਵੇਲੇ। ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਆਮ ਸੰਸਾਰੀ ਲੋਕ। ਪਰ ਭਾਈ ਸਾਈਂ ਦਾਸ ਜਿਹੜੇ ਸਨ, ਉਹਨਾਂ ਨੇ ਕਦੇ ਰਿਸ਼ਤੇਦਾਰੀ ਨੂੰ ਮੁੱਖ ਰੱਖਿਆ ਹੀ ਨਹੀਂ। ਉਹਨਾਂ ਨੇ ਇਹ ਵੇਖਿਆ ਵੀ ਇਹ ਗੁਰੂ ਤੇ ਮੈਂ ਸਿੱਖ ਹਾਂ। ਬੀਬੀ ਰਾਮੋ ਜੀ ਰਿਸ਼ਤੇਦਾਰੀ ਵਿੱਚ ਮਹਾਰਾਜ ਜੀਆਂ ਦੀ ਸਾਲੀ ਲੱਗਦੀ ਹੈ, ਪਰ ਕਦੇ ਰਿਸ਼ਤਾ ਨਹੀਂ ਅਪਣਾਇਆ ਹੈ। ਇਹ ਵੇਖਿਆ ਵੀ ਮੈਂ ਦਾਸੀ ਹਾਂ ਗੁਰੂ ਘਰ ਦੀ, ਇਹ ਸਾਡੇ ਗੁਰੂ, ਅਸੀਂ ਇਹਨਾਂ ਦੇ ਸੇਵਕ ਹਾਂ। ਇਸ ਤਰ੍ਹਾਂ ਦੋਨਾਂ ਪਤੀ ਪਤਨੀ ਨੇ ਬੇਅੰਤ ਸੇਵਾ ਕੀਤੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਵਾਸਤੇ ਠੰਡਾ ਕਮਰਾ ਕਰਕੇ ਜਦੋਂ ਮਹਾਰਾਜ ਨੇ ਬਰਾਤ ਜਾਣਾ, ਪੱਖਾ ਝੱਲਦੇ ਰਹਿਣਾ। ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਹਨਾਂ ਦੇ ਘਰ ਵਿੱਚ ਲੰਮੇ ਪਏ ਹੋਏ, ਦੋਨੇ ਜਾਣੇ ਪਤੀ ਪਤਨੀ ਪੱਖਾ ਕਰਦੇ ਪਏ। ਪੱਖਾ ਕਰਦਿਆਂ ਕੀ ਵੇਖਿਆ, ਮਹਾਰਾਜ ਦੇ ਸਰੀਰ ਦੇ ਵਿੱਚੋਂ ਕੁਝ ਪਾਣੀ ਦੀਆਂ ਬੂੰਦਾਂ ਥੱਲੇ ਧਰਤੀ ਤੇ ਡਿੱਗਦੀਆਂ ਪਈਆਂ। ਉਸ ਵੇਲੇ ਬੀਬੀ ਰਾਮੋ ਜੀ ਕਹਿਣ ਲੱਗੇ, ਕਹਿੰਦੇ ਪੱਖਾ ਤੇ ਮੈਂ ਬੜੇ ਜ਼ੋਰ ਦੀ ਝੱਲ ਮਾਰਦੀ ਪਈ ਹਾਂ, ਇੰਨੀ ਗਰਮੀ ਤੇ ਹੈ ਨਹੀਂ ਹੈ, ਮਹਾਰਾਜ ਨੂੰ ਪਸੀਨਾ ਬੜਾ ਆਉਂਦਾ ਪਿਆ। ਸੱਚੇ ਪਾਤਸ਼ਾਹ ਦੇ ਪਸੀਨੇ ਦੀਆਂ ਬੂੰਦਾਂ ਪਾਣੀ ਦੀਆਂ ਧਰਤੀ ਤੇ ਡਿੱਗਦੀਆਂ ਪਈਆਂ। ਜਦੋਂ ਬੀਬੀ ਰਾਮੋ ਜੀਆਂ ਨੇ ਬਚਨ ਕੀਤਾ, ਭਾਈ ਸਾਈਂ ਦਾਸ ਜੀ ਸਰਾਣੇ ਵਾਲੇ ਪਾਸੇ ਖੜ ਕੇ ਪੱਖਾ ਕਰਦੇ ਪਏ। ਉਹ ਕਹਿਣ ਲੱਗੇ, ਕਹਿੰਦੇ ਭਾਗਵਾਨ ਨੇ ਚੁੱਪ ਕਰ ਜਾ, ਇਹ ਪਸੀਨੇ ਦੀਆਂ ਬੂੰਦਾਂ ਨਹੀਂ। ਇਸ ਵੇਲੇ ਸੱਚੇ ਪਾਤਸ਼ਾਹ ਜੀ ਕਿਸੇ ਗੰਭੀਰ ਸਮੁੰਦਰ ਦੇ ਵਿੱਚ ਆਪਣੇ ਸਿੱਖ ਦਾ ਬੇੜਾ ਬੰਨੇ ਲਾਉਂਦੇ ਪਏ ਨੇ। ਜਦੋਂ ਇਹ ਬਚਨ ਆਖਿਆ,
ਮਹਾਰਾਜ ਦੀਆਂ ਅੱਖਾਂ ਨਿਗਾਹ ਖੁੱਲੀ ਹੈ, ਅੱਖਾਂ ਖੁੱਲੀਆਂ, ਪਾਤਸ਼ਾਹ ਜੀ ਉੱਠ ਬੈਠੇ। ਪਾਤਸ਼ਾਹ ਕਹਿੰਦੇ ਭਾਈ ਹੁਣ ਸਾਨੂੰ ਜਾਣ ਦੀ ਆਗਿਆ ਦਿਓ। ਦੋਨਾਂ ਜਾਣਿਆਂ ਨੇ ਬਚਨ ਕੀਤਾ, ਮਹਾਰਾਜ ਜਾਣਾ ਕਿਉਂ ਚਾਹੁੰਦੇ ਹੋ, ਸਾਨੂੰ ਅਜੇ ਹੋਰ ਸੇਵਾ ਬਖਸ਼ਿਸ਼ ਕਰੋ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਹੁਣ ਸਾਡੀਆਂ ਤੁਸੀਂ ਗੁਪਤ ਗੱਲਾਂ ਵੀ ਜਾਣਨ ਲੱਗ ਪਏ ਹੋ। ਤੁਹਾਡੀ ਸੇਵਾ ਸਫਲੀ ਹੋਈ ਹੈ, ਤੁਹਾਡੀ ਸੇਵਾ ਕਰਕੇ ਤੁਹਾਨੂੰ ਭਾਗ ਲੱਗਾ ਹੈ, ਤੁਹਾਨੂੰ ਇਹ ਸੋਝੀ ਪ੍ਰਾਪਤ ਹੋ ਗਈ ਹੈ। ਸਾਡੇ ਜਿਹੜੇ ਗੁਪਤ ਕੰਮ ਅਸੀਂ ਕਰਦੇ ਪਏ ਨਾ, ਉਹ ਵੀ ਤੁਹਾਨੂੰ ਹੁਣ ਪਤਾ ਲੱਗਣ ਲੱਗ ਪਿਆ। ਹੁਣ ਸਾਡਾ ਇੱਥੇ ਰਹਿਣਾ ਠੀਕ ਨਹੀਂ ਹੈ, ਸਾਨੂੰ ਅੱਗੇ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇਹਨਾਂ ਨੇ ਮਹਾਰਾਜ ਜੀਆਂ ਦੀ ਸੇਵਾ ਕੀਤੀ ਹੈ। ਸਤਿਗੁਰੂ ਇਹਨਾਂ ਦੇ ਘਰ ਵਿੱਚ ਸੋਹਣੇ ਕਮਰੇ ਦੇ ਵਿੱਚ ਮਹਾਰਾਜ ਬੈਠੇ ਸਨ। ਜਦੋਂ ਪੱਖਾ ਝਲਦੀਆਂ ਪਈਆਂ ਸੰਗਤਾਂ, ਉਧਰੋਂ ਭਾਈ ਰੂਪਾ ਜੀ ਨੇ ਯਾਦ ਕੀਤਾ, ਮਹਾਰਾਜ ਮੇਰੇ ਖੇਤਾਂ ਵਿੱਚ ਆ ਕੇ ਮੇਰਾ ਜਲ ਛਕ ਲਵੋ। ਤੇ ਪਾਤਸ਼ਾਹ ਨੇ ਇਹ ਨਹੀਂ ਵੇਖਿਆ ਵੀ ਕਮਰਾ ਠੰਡਾ ਹੈ, ਇਹ ਨਹੀਂ ਵੇਖਿਆ ਵੀ ਸਿਖਰ ਦੁਪਹਿਰਾ ਹੈ, ਇਹ ਨਹੀਂ ਵੇਖਿਆ ਵੀ ਸੰਗਤਾਂ ਪੱਖਾ ਝਲਦੀਆਂ ਪਈਆਂ। ਉਸੇ ਵੇਲੇ ਹੀ ਮਹਾਰਾਜ ਚੱਲ ਪਏ ਤੇ ਚੱਲ ਕੇ ਮਹਾਰਾਜ ਫਿਰ ਪਹੁੰਚੇ ਹਨ। ਆਪਣੇ ਮੈਂ ਲਖ ਪ੍ਰੇਮ ਕੋ ਧਾਏ ਤਜ ਸ਼ੰਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਾਣਿਆ ਵੀ ਇਹ ਸਾਡੇ ਸਿੱਖ ਨੇ, ਇਹਨਾਂ ਨੂੰ ਇਸ ਵੇਲੇ ਇਹਨਾਂ ਦੀ ਸੇਵਾ ਹੋਣੀ ਚਾਹੀਦੀ ਹੈ, ਇਹਨਾਂ ਨੂੰ ਬਚਾਉਣਾ ਚਾਹੀਦਾ ਹੈ। ਇਹ ਜਾਣ ਕੇ ਫਿਰ ਮਹਾਰਾਜ ਸਾਹਿਬ ਜੀ ਉਸੇ ਵੇਲੇ ਜਿਹੜੇ ਚੱਲ ਪਏ ਤਾਂ ਕਿ ਅਸੀਂ ਆਪਣੇ ਸਿੱਖਾਂ ਦਾ ਭਲਾ ਕਰੀਏ। ਐਸੇ ਸਤਿਗੁਰੂ ਪਾਤਸ਼ਾਹ ਜੀ। ਸੋ ਜਿਵੇਂ ਵਿਦਵਾਨਾਂ ਨੇ ਬਚਨ ਲਿਖਿਆ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਇਹ ਪ੍ਰੇਮ ਦੀਆਂ ਡੋਰਾਂ ਨੇ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹ ਹੈ। ਏਕ ਸਮੈ ਮੋਕੋ ਗਹਿ ਬਾਂਧੈ, ਤੋ ਫਿਰ ਮੋਪੈ ਜਵਾਬ ਨਾ ਹੋਏ। ਗੁਰਬਾਣੀ ਦਾ ਬਚਨ ਹੈ ਕਿ ਪਰਮਾਤਮਾ ਦੀ ਬੱਧੀ ਮਰਿਆਦਾ ਜਿਹੜੀ ਹੈ ਨਾ, ਉਹ ਭਗਤ ਖੋਲ ਸਕਦੇ ਮਰਜ਼ੀ ਦੇ ਨਾਲ, ਪਰ ਜਿਹੜੀ ਮਰਿਆਦਾ ਭਗਤ ਬੰਨ੍ਹ ਦੇਣ ਉਹਨੂੰ ਪਰਮਾਤਮਾ ਵੀ ਨਹੀਂ ਖੋਲ ਸਕਦਾ ਹੈ। ਇੱਥੋਂ ਤੱਕ ਵਚਨ ਹੈ, ਜੇ ਭਗਤ ਪਰਮਾਤਮਾ ਨੂੰ ਵੀ ਬੰਨ੍ਹ ਲੈਣ ਨਾ, ਤੇ ਉਹ ਵੀ ਉਹਨਾਂ ਦਾ ਬੱਧਾ ਉੱਥੇ ਹੀ ਰੁਕ ਜਾਂਦਾ, ਹਿਲਦਾ ਨਹੀਂ ਹੈ ਕਿਸੇ ਪਾਸੇ। ਐਸੀ ਸਿੱਖਾਂ ਦੀ ਭਾਵਨਾ ਹੋਇਆ ਕਰਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਿਆਰ ਕਰਦੇ ਹਨ। ਤਜ ਸਭ ਸੁਖ ਇਕ ਛਿਨਕ ਮਹਿ ਪਹੁੰਚਨ ਬਨ ਮਾਹੀ। ਸਤਿਗੁਰੂ ਪਾਤਸ਼ਾਹ ਨੇ ਸਾਰੇ ਸੁੱਖ ਇੱਕ ਪਾਸੇ ਛੱਡ ਦਿੱਤੇ। ਗੁਰਮੁਖੋ ਆਪਾਂ ਆਪਣੀ ਗੱਲ ਹੀ ਕਰ ਲਈਏ ਨਾ, ਗਰਮੀ ਦੇ ਵਿੱਚ ਕਿਤੇ ਠੰਡੇ ਥਾਂ ਤੇ ਟਿਕੇ ਹੋਈਏ ਨਾ, ਤੇ ਕੋਈ ਸਾਨੂੰ ਕੰਮ ਕਹਿ ਵੀ ਦੇਵੇ ਤੇ ਆਪਾਂ ਆਖੀਦਾ ਕੋਈ ਨਹੀਂ, ਵਿਚਾਰ ਕਰਾਂਗੇ, ਸੋਚਾਂਗੇ, ਜੇ ਸਮਾਂ ਨਹੀਂ ਆਰਾਮ ਕਰ ਲਈਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਇਹ ਖਿਆਲ ਕੀਤਾ ਹੀ ਨਹੀਂ ਹੈ ਵੀ ਕੁਝ ਸਮਾਂ ਆਰਾਮ ਕਰ ਲਈਏ, ਸੁੱਖ ਲੈ ਲਈਏ, ਠੰਡੇ ਕਮਰੇ 'ਚ ਪਏ ਆ। ਉਸੇ ਵੇਲੇ ਸਿੱਖਾਂ ਦੀ ਭਾਵਨਾ ਵੇਖ ਕੇ ਚੱਲ ਪਏ ਹਨ। ਭਏ ਤ੍ਰਿਖਾਤੁਰ ਜਾਚਤੇ ਪਾਣੀ ਕਿਸ ਪਾਹੀ। ਉਸ ਵੇਲੇ ਇਹਨਾਂ ਸਿੱਖਾਂ ਕੋਲ ਚਲੇ ਗਏ। ਮਹਾਰਾਜ ਨੇ ਜਾ ਕੇ ਕੀ ਆਖਿਆ, ਕਹਿੰਦੇ ਹੈ ਭਾਈ ਕਿਸੇ ਕੋਲ ਪਾਣੀ, ਸਾਨੂੰ ਪਾਣੀ ਪਿਆਓ। ਜਿਹੜੇ ਉਡੀਕਦੇ ਪਏ ਨਾ ਮਹਾਰਾਜ ਨੂੰ ਪਹਿਲਾਂ ਹੀ, ਉਹਨਾਂ ਦੇ ਕੋਲ ਜਾ ਕੇ ਆਪ ਹੀ ਆਵਾਜ਼ ਦਿੱਤੀ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ। ਕਹਿਣ ਲੱਗੇ ਕੋਈ ਹੈ ਸਿੱਖ ਭਾਈ, ਸਾਨੂੰ ਜਲ ਛਕਾਓ, ਸਾਨੂੰ ਪਿਆਸ ਲੱਗੀ ਹੈ। ਸੁਤ ਪਿਤ ਮੁਦਤ ਸੁਚਿਤ ਮਹਿ ਉੱਠ ਕਰ ਤਤਕਾਲਾ। ਪਿਤਾ ਪੁੱਤਰ ਨੇ ਆਵਾਜ਼ ਸੁਣੀ ਨਾ ਕੰਨਾਂ ਦੇ ਵਿੱਚ, ਉਸੇ ਵੇਲੇ ਸਰੀਰ ਦੀ ਖਬਰ ਹੋ ਗਈ, ਸੁੱਧ ਆ ਗਈ, ਹੋਸ਼ ਆ ਗਈ। ਉਸੇ ਵੇਲੇ ਛੇਤੀ ਨਾਲ ਉੱਠੇ, ਸਾਵਧਾਨ ਹੋ ਗਏ ਵੀ ਇਹ ਤੇ ਗੁਰੂ ਪਾਤਸ਼ਾਹ ਆ ਗਏ ਹਨ। ਸੀਤਲ ਜਲ ਦੀਨੋ ਪੀਓ ਗੁਰ ਆਨੰਦ ਵਿਸਾਲਾ। ਸਤਿਗੁਰਾਂ ਨੂੰ ਠੰਡਾ ਜਲ ਛਕਾਇਆ ਤੇ ਮਹਾਰਾਜ ਪੀ ਕੇ ਬੜੇ ਆਨੰਦ ਦੇ ਸਮੇਤ ਹੋਏ ਹਨ। ਦੇਗ ਕਰੋ ਤਜ ਦੇਹੋ ਕ੍ਰਿਤ ਪ੍ਰਭ ਬਾਕ ਬਖਾਨਾ। ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿੰਦੇ ਭਾਈ ਹੁਣ ਕੰਮ ਛੱਡ ਦਿਓ ਖੇਤੀਬਾੜੀ ਦਾ। ਪਾਤਸ਼ਾਹ ਕੀ ਕਰੀਏ? ਮਹਾਰਾਜ ਕਹਿੰਦੇ ਤੁਸੀਂ ਲੰਗਰ ਚਲਾਇਆ ਕਰੋ ਭਾਈ, ਹੁਣ ਤੁਹਾਡੀ ਸੇਵਾ ਲੰਗਰ ਲਾਉਣ ਦੀ ਹੈ, ਲੰਗਰ ਚਲਾਉਣ ਦੀ ਹੈ। ਇਹ ਛੱਡ ਦਿਓ ਕੰਮ, ਹੁਣ ਖੇਤੀ ਦੇ ਕੰਮ ਇਹ ਕਰ ਲੈਣਗੇ ਆਪੇ ਸੰਸਾਰੀ ਲੋਕ। ਤੁਸੀਂ ਹੁਣ ਗੁਰੂ ਦੇ ਨਾਲ ਜੁੜ ਕੇ ਸੇਵਾ ਕਰੋ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਹੋਰ ਕਿਹੜੇ ਕਿਹੜੇ ਬਚਨ ਕੀਤੇ, ਕਿਹੜੀਆਂ ਬਖਸ਼ਿਸ਼ਾਂ ਕੀਤੀਆਂ, ਔਰ ਨੀਲਾ ਬਾਣਾ ਜਿਹੜਾ ਮਹਾਰਾਜ ਨੇ ਉੱਚ ਦੇ ਪੀਰ ਬਣ ਲੱਗਿਆਂ ਪਾਇਆ, ਉਹ ਮਹਾਰਾਜ ਕਿਵੇਂ ਉਤਾਰਦੇ ਨੇ, ਕਿਹੜੇ ਬਚਨ ਕਰਦੇ, ਆਪਾਂ ਅਗਲੇ ਇਤਿਹਾਸ ਵਿੱਚ ਸਰਵਣ ਕਰਾਂਗੇ। ਲੇਖਾ ਕਥਾ ਹੈ ਨਾ ਛੂਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁੱਡ।